लड़ाई ਤੁਹਾਡੀ डायरैक्ट गुरमीत सिंह खुड्डियां नाल है या फिर बादल साहब नाल है? साडी लड़ाई अकाली दल नाल है जी। सरकार बना के भी बैठा, लंबी सीट भी जित के बैठे जी। अकाली दल वास्ते तो देखो सुपने लेना बहुत वो है, हर पार्टी कहती है भी साडी सरकार बनूगी तो असीं आ कुछ करांगे और उन्हां दा राइट है। अकाली दल कह रहे हैं कि साडे सुखबीर च गुण आ, चन्नी साहब या भगवंत मान औगन ही औगन आ, साडा हीरा ਤੁਹਾਡੇ ਜਿਹੜੇ ਹੀਰੇ ਉਹ ਖੋਟੇ ਨੇ। ਇਹ ਗੁਬਾਰੇ ਨੇ ਤਾਂ ਫੁੱਲ ਖੁੱਲ ਰਹੇ ਨੇ, ਇਹਨਾਂ ਦਾ ਹਵਾ ਨਿਕਲ ਜਾਣੀ ਹੈ। ਬਾਦਲ ਸਾਹਿਬ 5 ਵਾਰ ਮੁੱਖ ਮੰਤਰੀ ਲਈ ਇਸ ਹਲਕੇ ਦਾ ਕੁਝ ਨਹੀਂ ਸਵਾਰ ਹੈਗਾ। ਲੋਕਾਂ ਨੂੰ ਮਤਲਬ ਇਹਨਾਂ ਨੇ ਇੰਨਾ ਖਿੱਚ ਲਿਆ ਸੀਗਾ ਵੀ ਲੋਕਾਂ ਦੇ ਮਤਲਬ ਤੁਸੀਂ ਲਾ ਲਓ ਵੀ ਆਮ ਮਾਰਾ ਜ਼ਿੰਦਗੀ ਦੀਆਂ ਜਿਹੜੀਆਂ ਚੀਜ਼ਾਂ ਨੇ ਨਾ ਉਹ ਵੀ ਲੱਤ ਥੱਲੇ ਦੀ ਟਪਾ ਕੇ ਦਿੰਦੇ ਸੀ, ਜਿਵੇਂ ਆਪਦੇ ਘਰੋਂ ਦੇ ਰਹੇ ਹੋ। ਵਿਕਾਸ ਕਾਗਜ਼ਾਂ 'ਚ ਹੀ ਹੋ ਗਿਆ, ਗਲੀਆਂ ਨਾਲੀਆਂ ਉਹੀ ਰਹਿੰਦੀਆਂ ਸੀ ਤੇ ਪੇਪਰਾਂ 'ਚ ਹੀ ਬਣ ਜਾਂਦੀਆਂ ਸੀ ਤੇ ਪੇਪਰਾਂ 'ਚ ਹੀ ਖਤਮ ਹੋ ਜਾਂਦੀਆਂ ਸੀ। ਇਹ ਗਲੀਆਂ 98 'ਚ ਬਣੀਆਂ ਸੀ ਜਿਹੜੀਆਂ ਨਸੀਬ ਹੋਈਆਂ 2016 'ਚ ਇੱਥੇ। ਜੀ ਜੀ, ਤੁਸੀਂ ਕਹਿੰਦੇ ਕਿ ਬਾਦਲ ਸਾਹਿਬ ਨੇ ਕੋਈ ਵਿਕਾਸ ਨਹੀਂ ਕਰਾਇਆ, ਗਲੀਆਂ ਪੁੱਟ ਲਈਆਂ, ਨਾਲੀਆਂ ਬਣਾ ਲਈਆਂ, ਐਜੂਕੇਸ਼ਨ ਹੈਲਥ ਪੱਖੋਂ, ਫਿਰ ਵੀ ਲੋਕ ਜਿਤਾ ਦਿੰਦੇ ਰਹੇ ਹੈਗੇ। ਕਿਤੇ ਡਰ ਦਾ ਸਹਿਮ ਦਾ ਭਾਵ ਬਣਾਤਾ ਇਹਨਾਂ ਨੇ ਬਹੁਤ ਜ਼ਿਆਦਾ। 7 ਤੋਂ ਲੈ ਕੇ ਜਿਹੜਾ 17 ਤੱਕ ਹੈ ਲੋਕਾਂ ਦੇ ਇੰਨਾ ਸਕੰਜਾ ਕੱਸਦਾ ਸੀ। ਮੈਂ ਗਲਤ ਨਹੀਂ ਹੋਊਗਾ ਜੇ ਗੱਲ ਕਹਾਂ ਕਿ 1947 ਤੋਂ ਬਾਅਦ ਆਜ਼ਾਦੀ ਤੋਂ ਬਾਅਦ ਜੇ ਕਿਸੇ ਨੇ ਗੁਲਾਮੀ ਦੇਖੀ ਹੈ ਤਾਂ ਲੰਮੀ ਦੇ ਲੋਕਾਂ ਨੇ ਦੇਖੀ ਹੈ। ਲੋਕਾਂ ਨੂੰ ਇੰਨਾ ਕੁ ਜਕੜ ਲਿਆ ਸੀ ਜਿਹੜਾ ਉਹਨਾਂ ਦੀਆਂ ਆਮ ਮਾਰਾ ਜ਼ਿੰਦਗੀ ਦੀਆਂ ਚੀਜ਼ਾਂ ਸੀ, ਚਾਹੇ ਉਹ ਰਾਸ਼ਨ ਕਾਰਡ ਹੋਵੇ, ਚਾਹੇ ਕੋਈ ਸਰਟੀਫਿਕੇਟ ਲੈਣਾ, ਕੋਈ ਡੈਥ ਸਰਟੀਫਿਕੇਟ ਲੈਣਾ, ਇੱਥੋਂ ਤੱਕ ਵੀ ਇਹਨਾਂ ਨੇ ਕਰਤਾ ਸੀ ਲੋਕਾਂ ਦੇ ਨਾਲ ਕਿ ਜਿਹੜੇ ਫਸਲ ਖਰਾਬ ਹੋ ਗਈ, ਖਰਾਬਾ ਮਿਲਣਾ, ਉਹ ਵੀ ਕਾਂਗਰਸ ਤੇ ਅਕਾਲੀ, ਜੇ ਕਾਂਗਰਸ ਦਾ ਖੇਤ ਲੱਗਦਾ ਤਾਂ ਉਹਦਾ ਛੱਡ ਦਿੰਦੇ ਸੀ, ਘਰਾਂ 'ਚ ਲਿਸਟਾਂ ਬਣਾਉਂਦੇ ਸੀ, ਅਕਾਲੀਆਂ ਨੂੰ ਦੇ ਦਿੰਦੇ ਸੀ। ਤੇ ਜੇ ਆਮ ਆਦਮੀ ਦੀ ਗੱਲ ਕਰੀਏ, ਕੇਜਰੀਵਾਲ ਸਾਹਿਬ ਦੀ ਗੱਲ ਕਰੀਏ ਤਾਂ ਕੇਜਰੀਵਾਲ ਸਾਹਿਬ ਤਾਂ ਪੰਜਾਬ ਦੇ ਹੋ ਹੀ ਨਹੀਂ ਸਕਦੇ। ਇਹ ਤਾਂ ਉਹਨਾਂ ਨੇ ਜਿਹੜਾ ਬਣਾਇਆ ਭਗਵੰਤ ਮਾਨ ਜੀ ਨੂੰ, ਇਹ ਸਾਰੇ ਸਰਵੇ ਕਰਾ ਕੇ ਸਾਰਾ ਤੱਤ ਕੱਢ ਕੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਗੱਲ ਬਣਨੀ ਨਹੀਂ ਪੰਜਾਬ 'ਚ, ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਚੀਫ ਮਿਨਿਸਟਰ ਦਾ ਕੈਂਡੀਡੇਟ ਐਲਾਨਿਆ ਕਿ ਚਲੋ ਭਗਵੰਤ ਮਾਨ ਜੀ ਵੀ ਖੁਸ਼ ਹੋ ਜਾਣ। ਤੇ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ 5 ਵਾਰੀ ਤਾਂ ਉਹਨਾਂ ਨੇ ਪਾਰਟੀਆਂ ਬਦਲ ਲਈਆਂ ਨੇ, ਠੀਕ ਹੈ। ਔਰ ਜਿਹੜੇ 40-50 ਕੈਂਡੀਡੇਟ ਤੁਹਾਨੂੰ ਵੀ ਪਤਾ ਹੈ ਵੀ ਸਾਰੇ ਦੂਜੀਆਂ ਪਾਰਟੀਆਂ, ਕੋਈ ਅਕਾਲੀ ਦਲ ਦਾ, ਕੋਈ ਕਾਂਗਰਸ ਦਾ, ਉਹਦੀ ਕੋਈ ਵਿਚਾਰਧਾਰਾ ਨਹੀਂ, ਪਾਰਟੀ ਦੀ ਕੋਈ ਸੋਚ ਨਹੀਂ। ਉਹਦਾ ਤਾਂ ਇੱਕ ਮਕਸਦ ਹੈ ਵੀ ਪੰਜਾਬ 'ਤੇ ਕਬਜ਼ਾ ਕਰਕੇ ਤੇ ਇਹਨੂੰ ਲਾਂਚਿੰਗ ਪੈਡ ਬਣਾ ਕੇ ਮੈਂ ਆਪਦੀ ਇੱਥੋਂ ਕਰਕੇ ਅੱਗੇ ਕਿਵੇਂ ਵਧਣਾ ਹੈ। ਸੂਬੇ ਦੀ ਸਭ ਤੋਂ ਵੱਡੀ ਸੀਟ ਲੰਬੀ ਆ, ਲੰਬੀ ਇਸ ਕਰਕੇ ਕਿਉਂਕਿ ਜਿੱਥੇ ਪ੍ਰਕਾਸ਼ ਸਿੰਘ ਬਾਦਲ ਹੋਣੀ ਲੰਬੀ ਸੀਟ ਤੋਂ ਹੀ ਲਗਾਤਾਰ 5 ਵਾਰ ਵਿਧਾਇਕ ਬਣੇ ਨੇ ਤੇ ਲਾਜ਼ਮੀ ਤੌਰ ਤੇ ਸੂਬੇ ਦੇ ਸਾਰਿਆਂ ਨੂੰ ਪਤਾ ਕਿ ਉਹ 5 ਵਾਰ ਮੁੱਖ ਮੰਤਰੀ ਵੀ ਨੇ। ਤੇ ਕਾਫੀ ਤਗੜਾ ਮੁਕਾਬਲਾ ਮੰਨਿਆ ਜਾ ਰਿਹਾ। ਹਾਲਾਂਕਿ ਕਿ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਸਿਆਸਤ ਦੇ ਬਾਬਾ ਬੋੜ ਵੀ ਕਿਹਾ ਜਾਂਦਾ, ਉਹਨਾਂ ਦੀਆਂ ਜੜ੍ਹਾਂ ਵੀ ਬਹੁਤ ਡੂੰਘੀਆਂ ਨੇ, ਲੇਕਿਨ ਇਸ ਵਾਰ ਮੁਕਾਬਲਾ ਦੇ ਰਹੇ ਨੇ ਅਬੁਲ ਖੁਰਾਣਾ ਪਰਿਵਾਰ, ਜਿਨ੍ਹਾਂ ਨੇ ਪਹਿਲਾਂ ਵੀ ਬਾਦਲ ਸਾਹਿਬ ਦੇ ਖਿਲਾਫ 97 'ਚ ਵੀ ਚੋਣਾਂ ਲੜੀਆਂ ਸੀ ਤੇ ਹੁਣ ਇਸ ਟਾਈਮ ਕਾਂਗਰਸ ਪਾਰਟੀ ਵੱਲੋਂ ਜਗਪਾਲ ਸਿੰਘ ਅਬੁਲ ਖੁਰਾਣਾ ਲੜ ਰਹੇ ਨੇ। ਜਗਪਾਲ ਜੀ, ਇਹ ਪਰਿਵਾਰ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਪਰਿਵਾਰ ਸਵਾਗਤ ਜੀ। ਤੁਹਾਡਾ ਪਰਿਵਾਰ ਬਾਦਲ ਸਾਹਿਬ ਦਾ ਮੁਕਾਬਲਾ ਕਰ ਰਹੇ ਨੇ 97 ਤੋਂ ਬਾਅਦ ਪਹਿਲੀ ਵਾਰ। ਇਹ ਕਿੱਡੀ ਕੁ ਵੱਡੀ ਲੜਾਈ ਮੰਨਦੇ ਜੀ? ਦੇਖੋ ਜੀ, ਲੜਾਈ ਜਿਹੜੀ ਹੈ, ਮੈਂ ਆਮ ਜੇ ਲੋਕਾਂ ਦੀ ਗੱਲ ਕਰੀਏ, ਅਸੀਂ ਤਾਂ ਸਾਡੇ ਤਾਂ ਇੱਥੇ ਪਿੰਡਾਂ 'ਚ ਧੜੇ ਨੇ, ਬਾਹਰ ਵਾਸਤੇ ਬਹੁਤ ਵੱਡੀ ਲੜਾਈ ਹੋ ਸਕਦੀ ਹੈ, ਪਰ ਇੱਥੇ ਮੇਰੇ ਪਿਤਾ ਜੀ ਸਰਦਾਰ ਗੁਰਨਾਮ ਸਿੰਘ ਅਬੁਲ ਖੁਰਾਣਾ ਨੇ ਵੀ ਸਾਰੀ ਉਮਰ ਰਾਜਨੀਤੀ ਕੀਤੀ ਔਰ ਸਾਰੇ ਲੋਕਾਂ ਨਾਲ ਰਹੇ ਨੇ। ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਉਹ ਲੋਕ ਵੀ ਉੱਠ ਕੇ ਸਾਡੇ ਨਾਲ ਜੁੜ ਰਹੇ ਨੇ ਜਿਹੜੇ ਕਿਸੇ ਪਾਸੇ ਗਏ ਵੀ ਹੈ, ਪਰ ਅੱਜ ਵੀ ਸਾਡੇ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਹੋਵੇ ਨੇ ਔਰ ਉਹਨਾਂ ਦੇ ਜਿਹੜੇ ਕੰਮ ਕੀਤੇ ਨੇ ਉਸ ਟਾਈਮ ਦੇ ਜਾਂ ਕੁਛ ਕੀਤਾ, ਇਸ ਜਿਹੜੇ ਪੇਂਡੂ ਲੋਕ ਹੈ ਆਪਦਾ ਆਸਾਨ ਮੰਨਦੇ ਨੇ ਔਰ ਆਪਦਾ ਜਿਹੜਾ ਕਿਤੇ ਕੀਤਾ ਹੁੰਦਾ ਉਹਨੂੰ ਯਾਦ ਰੱਖਦੇ ਨੇ, ਤੇ ਉਹ ਲੋਕ ਵੀ ਸਾਡੇ ਨਾਲ ਨੇ। ਅੱਜ ਸਾਡੇ ਵਾਸਤੇ ਪਿੰਡਾਂ ਦੇ ਧੜੇ ਨੇ, ਸਾਡੇ ਵਾਸਤੇ ਕੋਈ ਬਹੁਤ ਹੀ ਵੱਡੀ ਲੜਾਈ ਨਹੀਂ ਜਿਵੇਂ ਸੋਚਿਆ ਜਾਂਦਾ ਕਿ ਬਹੁਤ ਵੱਡਾ ਉਹ ਹੈ। ਪ੍ਰਕਾਸ਼ ਸਿੰਘ ਬਾਦਲ ਇੱਕ ਵੱਡਾ ਨਾਮ ਨੇ, 5 ਵਾਰ ਲਗਾ ਤੁਹਾਡੀ ਸੀਟ ਤੋਂ ਹੀ ਐਮਐਲਏ ਬਣੇ ਨੇ, 5 ਵਾਰ ਮੁੱਖ ਮੰਤਰੀ ਵੀ, ਇੱਕ ਲੋਕਾਂ 'ਚ ਤੇ ਹੈ ਹੀ ਆ ਨਾ। 5 ਵਾਰ ਮੁੱਖ ਮੰਤਰੀ ਬਣ ਕੇ ਜੀ ਉਹਨਾਂ ਨੇ ਜਿਹੜੀਆਂ ਇੱਥੇ ਕੰਮ ਕੀਤੇ ਨੇ ਉਹ ਲੋਕ ਕੰਮਾਂ ਨੂੰ ਦੇਖ ਰਹੇ ਨੇ। ਔਰ ਜਿਹੜਾ ਇਹਨਾਂ ਦਾ ਵਿਕਾਸ ਸੀਗਾ, ਵਿਕਾਸ ਦਾ ਜਿਹੜਾ ਮਾਡਲ ਸੀ ਔਰ ਵਿਕਾਸ ਦੀ ਜਿਹੜੀ ਪਰਿਭਾਸ਼ਾ ਸੀ ਉਹ ਗਲੀਆਂ ਨਾਲੀਆਂ 'ਚ ਹੀ ਰਹਿ ਗਈ, ਕਿਉਂਕਿ ਇੱਥੇ ਪਹਿਲਾਂ ਜਿਹੜੀਆਂ ਕੰਕਰੀਟ ਦੀਆਂ ਗਲੀਆਂ ਇਹਨਾਂ ਨੇ 2016 'ਚ ਇੱਥੇ ਆ ਕੇ ਬਣਾਈਆਂ ਨੇ। ਮੈਂ 1998 ਦੇ ਵਿੱਚ ਜਦੋਂ ਜਲੰਧਰ ਆਦਮਪੁਰ ਬਾਈ ਇਲੈਕਸ਼ਨ 'ਚ ਅਸੀਂ ਗਏ, ਯੂਥ ਦੇ ਵਿੱਚ ਹੁੰਦੇ ਉੱਥੇ ਗਏ ਸੀ, ਤੇ ਉਦੋਂ ਇਹ ਗਲੀਆਂ 98 'ਚ ਬਣੀਆਂ ਸੀ ਜਿਹੜੀਆਂ ਨਸੀਬ ਹੋਈਆਂ 2016 'ਚ ਇੱਥੇ। ਔਰ ਉਸ ਤੋਂ ਬਾਅਦ ਜੇ ਗੱਲ ਕਰੀਏ ਵਿਕਾਸ ਦੀ, ਐਜੂਕੇਸ਼ਨ ਪੱਖੋਂ ਮੈਂ ਤੁਹਾਨੂੰ, ਤੁਸੀਂ ਹੈਰਾਨ ਹੋਗੇ ਇਸ ਗੱਲ ਨੂੰ ਸੁਣ ਕੇ ਕਿ ਅੱਜ ਵੀ ਇਸ ਹਲਕੇ ਦੇ ਵਿੱਚ ਜਿਹੜੇ ਪਿੰਡ ਨੇ ਉਹ 8ਵੀਂ ਵਾਲੇ ਅੱਜ ਵੀ ਪਿੰਡ ਹੈਗੇ ਨੇ ਤੇ ਕਈ ਹਜੇ 10ਵੀਂ ਵੀ ਨਹੀਂ ਹੋਏ। ਸੋ ਇਹਨਾਂ ਦਾ ਐਜੂਕੇਸ਼ਨ ਵਿਕਾਸ ਨਾਲ ਨਹੀਂ ਜੁੜਦਾ,
ਇਹਨਾਂ ਦੀ ਜਿਹੜੀ ਹੈਲਥ ਹੈ ਉਹ ਵਿਕਾਸ ਨਾਲ ਨਹੀਂ ਜੁੜਦੀ ਔਰ ਇਹਨਾਂ ਦਾ ਸਿਰਫ ਵਿਕਾਸ ਨਾਲ ਜੋ ਜੁੜਦਾ ਹੈ ਉਹ ਸਿਰਫ ਪੰਚਾਇਤੀ ਰਾਜ ਦੇ ਵਿੱਚ ਜਿਹੜੇ ਸਿਸਟਮ ਬਣਾਏ ਹੋਏ ਨੇ ਇਹਨਾਂ ਨੇ ਔਰ ਜਿਹੜੇ ਇਹਨਾਂ ਨੇ 5-5 ਪਿੰਡਾਂ ਤੇ 6-6 ਪਿੰਡਾਂ ਤੇ ਆਪਦੇ ਇੰਚਾਰਜ ਛੱਡੇ ਸੀ ਉਹਨਾਂ ਦੀ ਜਿਹੜੀ ਲੋਕਾਂ ਦੇ ਪਕੜ ਸੀ ਔਰ ਇੰਨੀ ਕੁ ਜ਼ਿਆਦਾ ਪਕੜ ਕਰ ਰੱਖੀ ਸੀ ਉਹਨੂੰ ਇਹ ਸਮਝਦੇ ਨੇ ਬਈ ਅਸੀਂ ਵਿਕਾਸ ਕਰਾਇਆ, ਵਿਕਾਸ ਕਾਗਜ਼ਾਂ 'ਚ ਹੀ ਹੋ ਗਿਆ, ਗਲੀਆਂ ਨਾਲੀਆਂ ਉਹੀ ਰਹਿੰਦੀਆਂ ਸੀ ਤੇ ਪੇਪਰਾਂ 'ਚ ਹੀ ਬਣ ਜਾਂਦੀਆਂ ਸੀ ਤੇ ਪੇਪਰਾਂ 'ਚ ਹੀ ਖਤਮ ਹੋ ਜਾਂਦੀਆਂ ਸੀ। ਨਹੀਂ ਪਰ ਫਿਰ ਵੀ ਹੈਰਾਨੀ ਨਹੀਂ ਕਰਦੀ, ਮੈਂ ਹਰ ਇੱਕ ਨੂੰ ਸਵਾਲ ਇਹ ਪੁੱਛਦਾ ਹੈਗਾ ਕਿ ਤੁਸੀਂ ਕਹਿੰਦੇ ਕਿ ਬਾਦਲ ਸਾਹਿਬ ਨੇ ਕੋਈ ਵਿਕਾਸ ਨਹੀਂ ਕਰਾਇਆ, ਗਲੀਆਂ ਪੁੱਟ ਲਈਆਂ, ਨਾਲੀਆਂ ਬਣਾ ਲਈਆਂ, ਐਜੂਕੇਸ਼ਨ ਹੈਲਥ ਪੱਖੋਂ, ਫਿਰ ਵੀ ਲੋਕ ਜਿਤਾ ਦਿੰਦੇ ਰਹੇ ਹੈਗੇ। ਉਹਦਾ ਕਾਰਨ ਕੀ ਹੈ ਜੀ ਕਿ ਬੇਸਿਕਲੀ ਲੋਕਾਂ ਨੂੰ ਜਦੋਂ ਇੱਥੇ ਫਿਊਡਲ ਸਿਸਟਮ ਰਿਹਾ ਪਹਿਲਾਂ ਔਰ ਉਹਦੇ ਕਰਕੇ ਕਿਤੇ ਨਾ ਕਿਤੇ ਡਰ ਦਾ ਸਹਿਮ ਦਾ ਭਾਵ ਬਣਾਤਾ ਇਹਨਾਂ ਨੇ ਬਹੁਤ ਜ਼ਿਆਦਾ। 7 ਤੋਂ ਲੈ ਕੇ ਜਿਹੜਾ 17 ਤੱਕ ਹੈ ਲੋਕਾਂ ਦੇ ਇੰਨਾ ਸਕੰਜਾ ਕੱਸਦਾ ਸੀ। ਮੈਂ ਗਲਤ ਨਹੀਂ ਹੋਊਗਾ ਜੇ ਇਹ ਗੱਲ ਕਹਾਂ ਕਿ 1947 ਤੋਂ ਬਾਅਦ ਆਜ਼ਾਦੀ ਤੋਂ ਬਾਅਦ ਜੇ ਕਿਸੇ ਨੇ ਗੁਲਾਮੀ ਦੇਖੀ ਹੈ ਤਾਂ ਲੰਮੀ ਦੇ ਲੋਕਾਂ ਨੇ ਦੇਖੀ ਹੈ, ਜਿਹੜੀ ਇਹਨਾਂ ਨੇ 10 ਸਾਲ ਰਾਜ ਕੀਤਾ ਇੱਥੇ। ਲੋਕਾਂ ਨੂੰ ਇੰਨਾ ਕੁ ਜਕੜ ਲਿਆ ਸੀ ਜਿਹੜਾ ਉਹਨਾਂ ਦੀਆਂ ਆਮ ਮਾਰਾ ਜ਼ਿੰਦਗੀ ਦੀਆਂ ਚੀਜ਼ਾਂ ਸੀ, ਚਾਹੇ ਉਹ ਰਾਸ਼ਨ ਕਾਰਡ ਹੋਵੇ, ਚਾਹੇ ਕੋਈ ਸਰਟੀਫਿਕੇਟ ਲੈਣਾ, ਕੋਈ ਡੈਥ ਸਰਟੀਫਿਕੇਟ ਲੈਣਾ, ਕੋਈ ਤਕਸੀਮ ਕਰਾਉਣੀ ਹੈ, ਇੱਥੋਂ ਤੱਕ ਵੀ ਇਹਨਾਂ ਨੇ ਕਰਤਾ ਸੀ ਲੋਕਾਂ ਦੇ ਨਾਲ ਕਿ ਜਿਹੜੇ ਵਿਤਕਰਾ ਕਰਤਾ ਸੀਗਾ ਵੀ ਜਿਹੜੇ ਆਮ ਚੀਜ਼ਾਂ ਦੇ ਜਿਵੇਂ ਕਿਤੇ ਫਸਲ ਖਰਾਬ ਹੋ ਗਈ, ਖਰਾਬਾ ਮਿਲਣਾ ਹੈ, ਉਹ ਵੀ ਕਾਂਗਰਸ ਤੇ ਅਕਾਲੀ, ਜੇ ਕਾਂਗਰਸ ਦਾ ਖੇਤ ਲੱਗਦਾ ਤਾਂ ਉਹਦਾ ਛੱਡ ਦਿੰਦੇ ਸੀ, ਘਰਾਂ 'ਚ ਲਿਸਟਾਂ ਬਣਾਉਂਦੇ ਸੀ, ਅਕਾਲੀਆਂ ਨੂੰ ਦੇ ਦਿੰਦੇ ਸੀ। ਪਰ ਤੁਹਾਨੂੰ ਲੱਗਦਾ ਕਿ ਸੀਟ ਤੇ ਕਾਂਗਰਸ ਨੇ ਫਿਰ ਇੰਨੀ ਜ਼ੋਰ ਦੇ ਨਾਲ ਤਗੜੀ ਹੋ ਕੇ ਲੜਾਈ ਨਹੀਂ ਲੜੀ ਹੈਗੀ, ਕਿਤੇ ਉਹਦਾ ਵੀ ਭੁਗਤਣਾ ਪੈ ਰਿਹਾ ਲਗਾਤਾਰ, ਪ੍ਰਣਾਮ ਜਿਹੜੇ ਸਾਹਮਣੇ ਸਾਰਿਆਂ ਦੇ? ਉਹ ਬਿਲਕੁਲ ਭੁਗਤਣੇ ਪੈ ਰਿਹਾ ਜੀ। ਉਹਦਾ ਕਾਰਨ ਇਹ ਦੱਸਦਾ ਕਿ ਜਦੋਂ ਜੇ ਮਾੜਾ ਜਿਹਾ ਪਿੱਛੇ ਜਾਈਏ ਤਾਂ ਜਦੋਂ ਸਾਡੇ ਪਿਤਾ ਜੀ ਇੱਥੇ ਪੂਰੇ ਸਰਗਰਮ ਸੀ, ਪਰ ਉਸ ਤੋਂ ਬਾਅਦ ਉਹ ਬਿਮਾਰ ਹੋ ਕੇ 13-14 ਸਾਲ ਦਾ ਵਕਫਾ ਪਿਆ ਔਰ ਉਸ ਦੌਰਾਨ ਸਾਡੇ ਇਸ ਹਲਕੇ ਦੀ ਜਿਹੜੀ ਸੀਟ ਹੈ ਕਾਫੀ ਜ਼ਿਆਦਾ ਖਰਾਬ ਹੋਈ ਹੈ। ਪਹਿਲਾਂ ਸਾਡੇ, ਮੈਂ ਤੁਹਾਨੂੰ ਮਿਸਾਲ ਦੇ ਤੌਰ ਤੇ ਦੱਸਦਾ ਵੀ ਜਗਮੀਤ ਸਿੰਘ ਬਰਾੜ ਜਦੋਂ ਇੱਥੋਂ ਲੜੇ ਸੀਗੇ ਪਾਰਲੀਮੈਂਟ ਤੇ 5400 ਦਾ ਫਰਕ ਸੀਗਾ। ਉਸ ਤੋਂ ਪਹਿਲਾਂ ਜਿਹੜਾ ਆਪਣਾ ਕਰਨ ਕੌਰ ਬਰਾੜ ਜੀ ਲੜੇ ਸੀਗੇ ਇਲੈਕਸ਼ਨ ਔਰ ਉਹ 2.25 ਲੱਖ ਤੇ ਹਾਰੇ ਸੀਗੇ ਪਾਰਲੀਮੈਂਟ ਸੁਖਬੀਰ ਜੀ ਦੇ ਖਿਲਾਫ। ਲੰਮੀ ਹਲਕੇ 'ਚ 12000 ਦਾ ਫਰਕ ਸੀ, ਕੋਈ ਗੇੜਾ ਨਹੀਂ ਮਾਰਿਆ ਸੀ ਉਹਨਾਂ ਨੇ, ਸਾਡੇ ਹੱਥ 'ਤੇ ਛੱਡ ਕੇ ਚਲੇ ਗਏ ਸੀਗੇ। ਔਰ ਉਸ ਤੋਂ ਬਾਅਦ 2007 ਦਾ ਜਿਹੜਾ ਇਲੈਕਸ਼ਨ ਹੋਇਆ ਉਸ ਤੇ 10000 ਦੀ ਲੀਡ ਦਾ 9000 ਸਮਥਿੰਗ ਦੀ ਲੀਡ ਸੀਗੀ ਇਹਨਾਂ ਦੀ। ਪਰ ਸਾਡੀ ਬਦਕਿਸਮਤੀ ਜਿਹੜੇ ਅੱਜ ਝਾੜੂ 'ਚ ਚਲੇ ਗਏ ਨੇ ਉਹ ਇੱਥੇ ਪੈਰੋਕਾਰ ਬਣ ਗਏ, ਉਹ ਅੱਗੇ ਚੱਲਣ ਲੱਗ ਪਏ ਔਰ ਉਹਨਾਂ ਨੇ ਲੋਕਾਂ ਦਾ ਜੋ ਘਾਣ ਕੀਤਾ ਉਹ ਲੋਕਾਂ ਦੇ ਸਾਹਮਣੇ ਹੈ। ਔਰ ਉਹਦੇ ਨਾਲ ਹੋਇਆ ਕਿ ਇਹ ਸਬੂਤ ਕੀ ਹੈ ਕਿ ਉਸ ਤੋਂ ਬਾਅਦ ਹਲਕਾ ਜਿਹੜਾ ਵੀ ਇਲੈਕਸ਼ਨ ਆਇਆ ਉਸ ਤੋਂ ਬਾਅਦ ਹਰ ਇਲੈਕਸ਼ਨ 'ਚ 5-7000 ਥੱਲੇ, ਕਿ 17 ਫਿਰ 18 ਫਿਰ 27 ਫਿਰ 34, ਮਤਲਬ ਪਾਰਲੀਮੈਂਟ ਇਲੈਕਸ਼ਨ, ਅਸੈਂਬਲੀ ਇਲੈਕਸ਼ਨ ਜਿਹੜਾ ਵੀ ਆਉਂਦਾ ਗਿਆ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਲੀਡ ਹੈ ਵੱਧਦੀ ਤੁਰੀ ਗਈ ਹੈ ਅਕਾਲੀਆਂ ਦੀ। ਲਵਾਰਸ ਹੀ ਰਿਹਾ ਹਲਕਾ ਜੀ? ਲਾਵਾਰਿਸ ਰਿਹਾ, ਬਿਲਕੁਲ ਰਿਹਾ, ਕਿਉਂਕਿ ਮੇਰੇ ਪਿਤਾ ਜੀ ਬਿਮਾਰ ਸੀਗੇ, ਸਾਡੀ ਮਜਬੂਰੀ ਸੀ, ਅਸੀਂ ਉਹਨਾਂ ਦੀ ਸੇਵਾ 'ਚ ਲੱਗ ਗਏ ਔਰ ਉਹਨਾਂ ਦੀ ਤਕਲੀਫ ਨਿਊਰੋਲੋਜੀਕਲ ਸੀਗੀ ਤਾਂ ਉਸ ਕਰਕੇ। ਔਰ ਅਵਲ ਖਰਾਣਾ ਜਦੋਂ ਥੋੜ੍ਹਾ ਜਿਹਾ ਕਮਜ਼ੋਰ ਹੋਇਆ ਔਰ ਬਾਦਲਾਂ ਨੇ ਉਸ ਟਾਈਮ ਫਿਰ ਇਹ ਐਡਵਾਂਟੇਜ ਲਿਆ ਔਰ ਜਿਹੜੇ ਬੰਦੇ ਅੱਜ ਹੁਣ ਆਮ ਦੇ ਝਾੜੂ 'ਚ ਗਏ ਹੋਏ ਨੇ ਔਰ ਕੈਂਡੀਡੇਟ ਬਣੇ ਹੋਏ ਨੇ, ਇਹਨਾਂ ਨੇ ਕਾਂਗਰਸ ਦਾ ਬਣਿਆ ਬਣਾਇਆ ਇਹਨਾਂ ਨੂੰ ਵੋਟ ਬੈਂਕ ਮਿਲ ਗਿਆ ਸੀਗਾ ਔਰ ਉਧਰੋਂ ਸਰਦਾਰ ਮਹੇਸ਼ਿੰਦਰ ਸਿੰਘ ਜੀ ਦਾ ਇਹਨਾਂ ਨੂੰ ਸਹਾਰਾ ਮਿਲ ਗਿਆ ਸੀਗਾ। ਪਰ ਇਹਨਾਂ ਨੇ ਜਿਹੜੀ ਚੌਧਰ ਚਲਾਈ ਹੈ ਇੱਥੇ ਤੇ ਜਿਹੜੀ ਕੋਸ਼ਿਸ਼ ਕੀਤੀ ਉਹਦੇ ਨਾਲ ਇੰਨਾ ਘੁਰਾ ਲਾਇਆ ਇਸ ਇਲਾਕੇ ਨੂੰ ਕਿ ਕਾਂਗਰਸ ਦਾ ਨੁਕਸਾਨ ਹੀ ਹੁੰਦਾ ਗਿਆ ਔਰ ਅੱਜ ਲੋਕ ਇਸ ਚੀਜ਼ ਨੂੰ ਮਹਿਸੂਸ ਕਰਦੇ ਨੇ। ਅੱਜ ਸਰਦਾਰ ਮਹੇਸ਼ਿੰਦਰ ਸਿੰਘ ਬਾਦਲ, ਮੈਂ ਸਭ ਤੋਂ ਪਹਿਲਾਂ ਉਹਨਾਂ ਕੋਲੇ ਗਿਆ ਸੀਗਾ ਔਰ ਉਹਨਾਂ ਨੇ ਮੈਨੂੰ ਬੜਾ ਇੱਜ਼ਤ ਮਾਣ ਤੇ ਸਤਿਕਾਰ ਦਿੱਤਾ ਔਰ ਸਾਡਾ ਪਰਿਵਾਰਾਂ ਦਾ ਕੋਈ ਰੌਲਾ ਹੀ ਹੈ ਨਹੀਂ ਸੀਗਾ। ਇਹ ਜਿਹੜੇ ਵਿਚਾਰੇ ਖੁੱਡੀਆਂ ਵਾਲੇ ਬੈਠੇ ਸੀ ਇਹਨਾਂ ਨੇ ਸਾਡਾ ਮਤਲਬ ਦੋ ਕਹਿੰਦੇ ਨਾ ਵੀ ਦੋ ਤਕੜੇ ਚੰਗੇ ਬੰਦਿਆਂ ਨੂੰ, ਸਾਫ਼ ਸੁਥਰੇ ਬੰਦਿਆਂ ਨੂੰ ਨੇੜੇ ਨਹੀਂ ਹੋਣ ਦਿੱਤਾ ਔਰ ਇਹਨਾਂ ਨੇ ਆਪਦੀ ਰਾਜਨੀਤੀ ਕਰਕੇ ਇਸ ਹਲਕੇ ਦਾ ਸਬੂਤ ਦੇ ਤੌਰ ਤੇ ਮੈਂ ਕਹਿ ਰਿਹਾ 10,000 ਤੋਂ ਹਲਕਾ 34,000 ਤੇ ਲਿਜਾਣ ਵਾਲੇ ਇਹ ਲੋਕ ਨੇ। 34,000 ਦੀ ਲੀਡ ਹੋ ਜਾਂਦੀ ਸੀ ਔਰ ਉਸ ਤੋਂ ਬਾਅਦ ਕੈਪਟਨ ਸਾਹਿਬ ਆਏ, ਅਸੀਂ ਸਰਗਰਮ ਹੋਏ, ਉਦੋਂ ਮੈਂ ਟਿਕਟ ਵਾਸਤੇ ਸਰਗਰਮ ਹੋਇਆ ਸੀ ਤੇ ਕੈਪਟਨ ਸਾਹਿਬ ਖੁਦ ਆ ਗਏ, ਹਲਕਾ ਜਿਹੜਾ 22,000 ਤੇ ਆ ਗਿਆ ਤੇ ਜਿਹੜਾ ਹਲਕਾ ਮਾਝੇ ਦਾ ਸੀ ਜਿੱਥੇ ਦਿਆਲ ਸਿੰਘ ਕੋਲਿਆਂ ਵਾਲੇ ਦਾ ਸੀ, ਸਿਰਫ ਮੇਰੀ ਡਿਊਟੀ ਉਸ ਪਾਸੇ ਲੱਗੀ ਸੀ, ਉਹ ਸਿਰਫ ਉੱਥੇ ਫਰਕ ਜਿਹੜਾ 1500 ਦਾ ਰਹਿ ਗਿਆ ਸੀ। ਔਰ ਉਸ ਤੋਂ ਬਾਅਦ ਰਾਜਾ ਵੜਿੰਗ ਇੱਥੋਂ ਇਲੈਕਸ਼ਨ ਲੜੇ, ਅਸੀਂ ਅੱਗੇ ਲੱਗ ਕੇ ਲੜੇ ਇਲੈਕਸ਼ਨ ਉਹ ਔਰ 16,000 ਤੇ ਆ ਗਿਆ ਤੇ ਐਤਕੀ ਸੱਚੇ ਪਾਤਸ਼ਾਹ ਸੁੱਖ ਰੱਖੇ ਉਹ 16,000 ਵੀ ਚੱਕਿਆ ਜਾਣਾ ਹੈ। ਇਹ ਦੱਸੋ ਹੁਣ ਲੜਾਈ ਤੁਹਾਡੀ ਡਾਇਰੈਕਟ ਗੁਰਮੀਤ ਸਿੰਘ ਖੁੱਡੀਆਂ ਨਾਲ ਹੈ ਜਾਂ ਫਿਰ ਬਾਦਲ ਸਾਹਿਬ ਨਾਲ? ਸਾਡੀ ਲੜਾਈ ਅਕਾਲੀ ਦਲ ਨਾਲ ਹੈ ਜੀ, ਹਮੇਸ਼ਾ ਹੀ ਹੁੰਦੀ ਰਹੀ ਹੈ। ਜਿਨ੍ਹਾਂ ਨੇ ਪਾਰਟੀਆਂ ਬਦਲੀਆਂ, ਦਲ ਬਦਲੇ, ਇਹ ਗੁਬਾਰੇ ਨੇ ਤਾਂ ਫੁੱਲ ਖੁੱਲ੍ਹ ਰਹੇ ਨੇ, ਇਹਨਾਂ ਦਾ ਹਵਾ ਨਿਕਲ ਜਾਣੀ ਹੈ। ਸੋ ਇਹ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਆਪ ਦਾ ਇੱਥੇ ਵੀ ਹੈ ਫਲਾਨਾ ਹੈ ਔਰ ਬਾਹਰਲੇ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਬਈ ਇਹਨਾਂ ਦੀ ਕੀ ਉਹ ਹੈਗੀ ਹੈ, ਮਤਲਬ ਕਾਰਵਾਈ ਕੀ ਰਹੀ ਹੈ ਔਰ ਕੀ ਇਹਨਾਂ ਨੇ ਕੰਮ ਕੀਤੇ, ਲੋਕਾਂ ਦਾ ਕਿੰਨਾ ਕੁ ਸਵਾਰਿਆ। 5 ਸਾਲ ਤੁਹਾਡੇ ਮੈਂ ਧਿਆਨ 'ਚ ਲਿਆਉਣਾ ਚਾਹੁੰਦਾ ਹੈ ਬਈ 10 ਸਾਲ ਜੋ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੇ ਵਿੱਚ ਪੰਚਾਇਤ ਸੈਕਟਰੀ ਲੱਗੇ ਸੀ, ਉਹਨਾਂ ਕੋਲੇ 47 ਪਿੰਡ ਸੀ, 54 ਪਿੰਡ ਪੈਂਦੇ ਨੇ ਲੰਮੀ ਬਲਾਕ ਦੇ ਵਿੱਚ। 47 ਪਿੰਡ 3 ਪੰਚਾਇਤ ਸੈਕਟਰੀਆਂ ਕੋਲੇ 10 ਸਾਲ ਵਾਸਤੇ ਰਹੇ ਔਰ ਜਦੋਂ ਕਾਂਗਰਸ ਦਾ ਰਾਜ ਆਉਂਦਾ ਅਸੀਂ ਉਹਨਾਂ ਨੂੰ ਬਦਲਾਉਣੇ ਆ, ਇਹ ਖੁੱਡੀਆਂ ਸਾਹਿਬ ਉਹਨਾਂ ਨੂੰ ਫਿਰ ਵਾਪਸ ਲੈ ਕੇ ਆਉਂਦੇ ਨੇ ਔਰ ਵਾਪਸ ਲੈ ਕੇ ਉਹੀ 3 ਸੈਕਟਰੀ, ਉਹੀ 47 ਪਿੰਡ ਉਹਨਾਂ ਦੇ ਕੋਲੇ ਰਹਿੰਦੇ ਨੇ ਔਰ ਉਹਨਾਂ ਦੀ ਸਾਰੀ ਚੱਲਵਾਲ ਸੀ, ਹਲਕਾ ਇੰਚਾਰਜ ਸੀ।
ਪਰ ਲੋਕਾਂ ਦੀ ਜਦੋਂ ਗੱਲ ਆਉਂਦੀ ਸੀ, ਲੋਕਾਂ ਦੇ ਕੰਮਾਂ ਦੀ ਗੱਲ ਆਉਂਦੀ ਸੀ, ਤਾਂ ਉਦੋਂ ਸਿਰਫ ਇੱਕ ਲਫ਼ਜ਼ ਕਿਹਾ ਜਾਂਦਾ ਸੀ, ਮੇਰੇ ਹੱਥ ਵੱਸ ਕੁਛ ਨਹੀਂ, ਮੈਨੂੰ ਤਾਂ ਕੋਈ ਪੁੱਛਦਾ ਨਹੀਂ। ਮਤਲਬ ਹਲਕਾ ਕਾਂਗਰਸੀਆਂ ਨੇ ਜਾਂ ਬਾਦਲ ਪਰਿਵਾਰ ਨੂੰ ਗਹਿਣੇ ਰੱਖਤਾ ਜਾਂ ਖੁਦ ਹੀ ਹਲਕੇ ਨੂੰ ਕਤਲ ਕੀਤਾ? ਇਹਦੇ ਵਿੱਚ ਬੇਸਿਕ ਗੱਲ ਕੀ ਆਉਂਦੀ ਹੈ ਜੀ ਕਿ ਬਾਦਲ ਸਾਹਿਬ ਦਾ ਤਾਂ ਇਲੈਕਸ਼ਨ ਜਿੱਤਣ ਤੋਂ ਬਾਅਦ ਹਲਕਾ ਠੇਕੇ ਤੇ ਚੜ੍ਹ ਜਾਂਦਾ ਹੈ ਜੀ। ਪਹਿਲਾਂ ਵੀ 10 ਸਾਲ ਠੇਕੇ ਤੇ ਚੜਾ ਰਿਹਾ ਔਰ ਪਿਛਲੇ ਵਾਰੀ ਉਹ ਐਮਐਲਏ ਰਹੇ ਨੇ ਇੱਥੇ, ਉਹਨਾਂ ਨੇ ਕੋਈ ਇੱਥੇ ਗੇੜਾ ਨਹੀਂ ਮਾਰਿਆ ਉਸ ਤਰੀਕੇ ਨਾਲ, ਕਿਉਂਕਿ ਬਿਮਾਰੀ ਜੋ ਵੀ ਸੀਗਾ ਕੋਈ ਉਹਨਾਂ ਨੇ ਵਿਧਾਨ ਸਭਾ 'ਚ ਜਾ ਕੇ ਹਲਕੇ ਵਿੱਚ ਗੱਲ ਨਹੀਂ ਕੀਤੀ, ਕੋਈ ਉਹਨਾਂ ਨੇ ਕੋਈ ਕਾਗਜ਼ ਹਲਕੇ ਵਾਸਤੇ ਡਿਵੈਲਪਮੈਂਟ ਵਾਸਤੇ ਕੋਈ ਚੀਜ਼ ਮੰਗੀ ਹੋਵੇ ਪਾਰਟੀ ਤੋਂ, ਉਹ ਨਹੀਂ ਮੰਗੀ। ਔਰ ਜਿਹੜੇ ਹਲਕਾ ਇੰਚਾਰਜ ਬਣਾਏ ਸੀਗੇ ਉਹ ਹਲਕਾ ਇੰਚਾਰਜ ਦਾ ਪਹਿਲਾਂ ਕਿਤੇ ਨਾ ਕਿਤੇ ਕੋਈ ਇਰਾਦਾ ਸੀ ਗਾਮਸ਼ਾਂ ਹੋਣ ਦਾ, ਉਹਨਾਂ ਦੀ ਬੜੀ ਰਣਨੀਤੀ ਸੀ ਉਹਨਾਂ ਦੀ, ਮੈਂ ਸਮਝਦਾ ਪੋਲੀਟੀਕਲ ਸਟ੍ਰੈਟਜੀ ਸੀ ਕਿ ਇਹਨਾਂ ਪਰਿਵਾਰਾਂ ਨੂੰ ਪਿੱਛੇ ਕਰਕੇ ਤੇ ਮੈਂ ਵਿੱਚੋਂ ਨਿਕਲ ਕੇ ਆ ਜਾਊਂਗਾ। ਉਹ ਉਸ ਕਰਕੇ ਕਾਂਗਰਸ ਨੂੰ ਡੀਫੇਮ ਕਰਨ ਦੇ ਚੱਕਰ 'ਚ ਉਹਨਾਂ ਨੇ ਇੱਥੇ ਜੋ ਬਣਦੇ ਲੋਕਾਂ ਦੇ ਹੱਕ ਔਰ ਹਕੂਕ ਸੀ ਉਹਨਾਂ ਨਾਲ ਨਹੀਂ ਖੜੇ। ਔਰ ਬੜਾ ਸੌਖਾ ਹੁੰਦਾ ਕਹਿਣਾ ਕਿਸੇ ਨੂੰ ਕਿ ਮੇਰੀ ਤਾਂ ਕੋਈ ਸੁਣਦਾ ਨਹੀਂਗਾ, ਇਹ ਬੜਾ ਸੌਖਾ ਤਰੀਕਾ ਨਿਕਲਦਾ ਵਿੱਚੋਂ। ਔਰ ਜਦੋਂ ਤੱਕ ਕਿੱਲਿਆਂ ਵਾਲੀ ਦੇ ਵਿੱਚ ਜੋ ਕੁਝ ਹੁੰਦਾ ਸੀਗਾ, ਟਰੱਕ ਯੂਨੀਅਨਾਂ ਸੀ, ਪਸ਼ੂ ਮੰਡੀਆਂ ਸੀ ਔਰ ਦੂਜੇ ਕੰਮ ਸੀ, ਔਰ ਬੰਦੇ ਜਿਹੜੇ ਥਾਣਿਆਂ ਦੇ ਵਿੱਚ ਸੀ ਉਹਦੇ ਕੌਣ ਨਾਲ ਅੱਜ ਜਿਹੜੇ ਖੱਬੇ ਸੱਜਣੇ ਤੁਰੇ ਫਿਰਦੇ ਆ, ਸਾਰਾ ਇਹ ਗਰੁੱਪ ਹੈ, ਇਹ ਉਸ ਪਾਸੇ ਨੂੰ ਤੁਰ ਪਿਆ ਸੀਗਾ ਔਰ ਇਸ ਕਰਕੇ ਹੀ ਇਹ ਹੁਣ ਪਿਛੜਿਆ। ਤੁਹਾਨੂੰ ਲੱਗਦਾ ਹੈਗਾ ਕਿ ਜੇ ਬਾਦਲ ਸਾਹਿਬ 5 ਵਾਰ ਮੁੱਖ ਮੰਤਰੀ ਲਈ ਇਸ ਹਲਕੇ ਦਾ ਕੁਝ ਨਹੀਂ ਸੰਵਾਰ ਰਿਹਾ ਹੈਗਾ, ਤੁਸੀਂ ਕੀ ਸੋਚ ਕੇ ਰੱਖਿਆ ਹੈਗਾ ਜਿੱਦਾਂ ਤੁਸੀਂ ਕਰਕੇ ਉਹਨਾਂ ਨੇ ਕੁਝ ਨਹੀਂ ਕੀਤਾ ਹੈਗਾ ਜੀ? ਦੇਖੋ ਗੱਲ ਇਹ ਹੈ, ਸਭ ਤੋਂ ਪਹਿਲਾਂ ਤਾਂ ਇਸ ਹਲਕੇ ਦਾ ਜਿਹੜਾ ਲੋਕਾਂ ਦਾ ਇੱਜ਼ਤ ਮਾਨ ਸਤਿਕਾਰ ਤੇ ਸਭਿਮਾਨ ਹੈ ਉਹ ਬਹਾਲ ਕਰਨ ਦੀ ਲੋੜ ਹੈ। ਲੋਕਾਂ ਨੂੰ ਮਤਲਬ ਇਹਨਾਂ ਨੇ ਇੰਨਾ ਕੁ ਖਿੱਚ ਲਿਆ ਸੀਗਾ ਵੀ ਲੋਕਾਂ ਦੇ ਮਤਲਬ ਤੁਸੀਂ ਲਾ ਲਓ ਵੀ ਆਮ ਮਾਰਾ ਜ਼ਿੰਦਗੀ ਦੀਆਂ ਜਿਹੜੀਆਂ ਚੀਜ਼ਾਂ ਨੇ ਨਾ ਉਹ ਵੀ ਲੱਤ ਥੱਲੋਂ ਦੀ ਟਪਾ ਕੇ ਦਿੰਦੇ ਸੀ ਜਿਵੇਂ ਆਪਦੇ ਘਰੋਂ ਦੇ ਰਹੇ ਹੋਣ। ਪਰ ਹੁਣ ਫਰਕ ਬੜਾ ਪਿਆ। 5 ਸਾਲ ਜਿਹੜਾ ਰਾਜ ਰਿਹਾ ਕਾਂਗਰਸ ਦਾ, ਆਮ ਤੁਸੀਂ ਲੋਕਾਂ ਨੂੰ ਕਿਤੇ ਪੁੱਛ ਕੇ ਦੇਖਿਓ, ਕੋਈ ਗੁੰਡਾਗਰਦੀ ਤਾਂ ਨਹੀਂ ਹੋਈ, ਕੋਈ ਥਾਣੇਦਾਰੀ ਤੇ ਥਾਣੇ ਵਾਲਾ ਕੰਮ ਤਾਂ ਨਹੀਂ ਚੱਲਿਆ, ਕਿਸੇ ਨੇ ਕੋਈ ਇਸ ਕਿਸਮ ਦਾ ਧੱਕਾ ਤਾਂ ਨਹੀਂ, ਕਿਉਂਕਿ ਸਰਕਾਰ ਦੀਆਂ ਹਦਾਇਤਾਂ ਹੀ ਉੱਤੋਂ ਐਸੀਆਂ ਸੀ ਵੀ ਕਿਸੇ ਨਾਲ ਨਜਾਇਜ਼ ਨਹੀਂ। ਆਮ ਲੋਕਾਂ ਦੇ ਜਿਹੜੇ ਕੰਮ ਕਾਜ ਨੇ ਉਹ ਲੋਕਾਂ ਦੇ ਹੁੰਦੇ ਰਹੇ। ਪਰ ਜਿੱਥੇ ਹਲਕਾ ਇੰਚਾਰਜ ਸੀ ਜਿਹੜਾ, ਉਹਦਾ ਫਰਜ਼ ਬਣਦਾ ਸੀ ਲਿੰਕੇਜ ਬਣਾਉਣਾ ਚੰਡੀਗੜ੍ਹ ਦੇ ਗੌਰਮੈਂਟ ਦੀਆਂ ਸਕੀਮਾਂ ਦਾ ਤੇ ਪਿੰਡਾਂ ਦੇ ਨਾਲ ਜੋੜਨਾ, ਪਰ ਉਹਨਾਂ ਨੇ ਉਸ ਜਿਹੜਾ ਰੋਲ ਹੈ ਬਿਲਕੁਲ ਹੀ ਅਦਾ ਨਹੀਂ ਕੀਤਾ। ਉਹ ਪੰਚਾਇਤ ਸੈਕਟਰੀਆਂ ਦੀ ਗੇਮ 'ਚ ਹੀ ਰਹਿ ਗਏ। ਜੇ 15 ਸਾਲ 54 ਪਿੰਡਾਂ 'ਚੋਂ 47 ਪਿੰਡ 3 ਸੈਕਟਰੀਆਂ ਕੋਲੇ ਰਹਿਣ ਤੇ ਉਹਦੇ 'ਚ ਕੀ ਕਾਰਨ ਹੋ ਸਕਦੇ ਆ ਤੇ ਕੀ ਨਹੀਂ ਹੋ ਸਕਦੇ, ਤੁਸੀਂ ਆਪ ਸਿਆਣੇ, ਲੋਕ ਵੀ ਸਿਆਣੇ ਨੇ, ਕਿਉਂ ਹੋਇਆ? ਆਪਾਂ ਵਿਕਾਸ ਬਹੁਤਾ ਲੋਕਾਂ ਨੇ ਗਲੀਆਂ ਨਾਲੀਆਂ ਤੇ ਜੋੜ ਕੇ ਰੱਖ ਲਿਆ, ਧਰਮਸ਼ਾਲਾ ਬਣ ਗਿਆ, ਜੇ ਬਣ ਗਿਆ ਉਹ ਬਣ ਗਿਆ, ਇਸ ਇਲਾਕੇ 'ਚ ਇੰਡਸਟਰੀ ਕਿਉਂ ਨਹੀਂ ਆਏਗੀ? ਮੈਂ ਇਹੀ ਗੱਲ ਕਹਿਣਾ, ਬਹੁਤ ਵਧੀਆ ਸਵਾਲ ਕੀਤਾ ਤੁਸੀਂ ਬਈ। ਤੁਸੀਂ ਆਉਂਦਿਆਂ ਸਾਰ ਪਹਿਲਾਂ ਸਵਾਲ ਕੀਤਾ ਸੀ 5 ਵਾਰੀ ਮੁੱਖ ਮੰਤਰੀ ਰਹੇ, ਤੇ ਮੈਂ ਲੋਕਾਂ ਕੋਲੇ ਜਾ ਕੇ ਸਿਰਫ ਇਹੀ ਗੱਲ ਕਰਨਾ ਹੈ ਬਈ ਜੇ ਤੁਸੀਂ 5 ਵਾਰੀ ਮੁੱਖ ਮੰਤਰੀ ਉਹ ਬਣੇ ਨੇ ਤੇ ਇੱਕ ਕਾਰਖਾਨਾ ਇੱਕ ਵਾਰੀ ਆਪਦੇ ਟੈਨਿਓਰ 'ਚ ਲਿਆਉਂਦੇ, ਜਦੋਂ ਮੁੱਖ ਮੰਤਰੀ ਬਣਦੇ ਸੀ ਇੱਕ ਫੈਕਟਰੀ ਵੀ ਲਿਆਉਂਦੇ, ਅੱਜ ਇੱਥੇ 5 ਫੈਕਟਰੀਆਂ ਹੁੰਦੀਆਂ, ਘੱਟੋ ਘੱਟ 15-20 ਹਜ਼ਾਰ ਬੱਚੇ ਨੂੰ ਨੌਕਰੀ ਮਿਲ ਜਾਂਦੀ। ਸਾਡਾ ਇਹ ਪਿਛੜਿਆ ਇਲਾਕਾ ਹੈ, ਬੱਚੇ 8ਵੀਂ ਚੋਂ ਡ੍ਰੌਪ ਆਊਟ ਹੋ ਜਾਂਦੇ ਆ, 10ਵੀਂ ਕਰ ਜਾਂਦੇ ਨੇ, ਕੋਈ 12ਵੀਂ ਕਰ ਜਾਂਦਾ ਤੇ ਉਹ ਸਾਰੇ ਇੱਥੇ ਅਬਜ਼ੌਰਬ ਹੋ ਜਾਣੇ ਸੀ। ਅੱਜ ਇਹ ਹਾਲਾਤ ਨੇ ਕਿ ਜਦੋਂ ਨੌਕਰੀ ਦੀ ਗੱਲ ਕਰਦੇ ਆ ਤਾਂ ਸ਼ਹਿਰ ਦੇ ਵਿੱਚ 15-16 ਹਜ਼ਾਰ ਤੋਂ ਉੱਤੇ ਨੌਕਰੀ ਨਹੀਂ ਮਿਲਦੀ ਹੈ ਜੀ ਪੜ੍ਹਾਈ ਨੂੰ, ਠੀਕ ਹੈ, ਕਾਬਲੀਅਤ ਨੂੰ, ਤੇ 15 ਹਜ਼ਾਰ ਦੀ ਜਦੋਂ ਨੌਕਰੀ ਕਿਸੇ ਨੂੰ ਦਵਾਈਏ ਵੀ ਪ੍ਰਾਈਵੇਟ ਸੈਕਟਰ 'ਚ 7-8 ਹਜ਼ਾਰ ਰੁਪਇਆ ਉਹਦਾ ਖਰਚਾ ਨਿਕਲ ਜਾਂਦਾ ਹੈ ਰਹਿਣ ਦਾ। ਤੇ ਜੇ ਇੱਥੇ ਕਿਤੇ ਫੈਕਟਰੀਆਂ ਲੱਗੀਆਂ ਹੁੰਦੀਆਂ ਤੇ ਘਰੋਂ ਜਾਂਦੇ ਸ਼ਹਿਰ ਦਾ 25,000 ਤੇ ਲੋਕਲ ਜਿਹੜਾ ਹੈਗਾ ਰਿਜ਼ਰਵ ਆਪਣਾ ਏਰੀਆ ਦਾ ਜੇ 12 ਬੰਦਾ ਘਰੇ ਆ ਜੇ 12-15 ਹਜ਼ਾਰ ਰੁਪਇਆ ਵੀ ਮਿਲਦਾ ਹੁੰਦਾ ਤੇ ਉਹ 12-15 ਹਜ਼ਾਰ ਹੀ ਸੇਵਿੰਗ ਹੈ ਬਈ, ਨਾ ਕਿਰਾਇਆ ਦੇਣਾ ਨਾ ਕੁਝ ਹੋਰ ਕਰਨਾ ਹੈ, ਨੇੜੇ ਕਰਕੇ ਨੌਕਰੀ ਕਰੇ, ਆਪਦੇ ਪਰਿਵਾਰ ਵਿੱਚ ਆਪਦੇ ਮਾਂ-ਬਾਪ ਕੋਲੇ ਆਪਦੇ ਪਰਿਵਾਰ ਕੋਲੇ ਸਾਰਿਆਂ ਕੋਲੇ ਉਹ ਬੱਚੇ ਰਹਿ ਸਕਦੇ ਸੀ। ਪਰ ਕਿਤੇ ਨਾ ਕਿਤੇ ਇਹਨਾਂ ਦੀ ਨੀਅਤ ਔਰ ਨੀਤੀ 'ਚ ਖੋਟ ਰਹੀ ਹੈ। ਇਹਨਾਂ ਨੇ ਸੋਚਿਆ ਜੇ ਲੋਕ ਪੜ੍ਹ ਜਾਣਗੇ, ਜੇ ਫੈਕਟਰੀਆਂ ਲੱਗ ਜਾਣਗੀਆਂ ਤਾਂ ਸ਼ਾਇਦ ਸਾਡੀ ਜਿਹੜੀ ਪਕੜ ਹੈ ਉਹ ਘਟ ਜੂਗੀ। ਔਰ ਇਹਨੇ ਪਿੰਡੂ ਹਲਕਾ ਹੈ ਤੇ ਪਿੰਡੂ ਵਾਲਿਆਂ ਨੂੰ ਪਿੰਡਾਂ ਦੇ ਵਿੱਚ ਲੋਕ ਥੋੜੀਆਂ ਚੀਜ਼ਾਂ ਤੇ ਲੜ ਪੈਂਦੇ ਨੇ, ਥੋੜੇ ਭਰਾ ਦੀ ਹੋ ਜਾਂਦੀ ਹੈ, ਮਾੜਾ ਮੋਟਾ ਕੋਈ ਹੋਰ ਹੋ ਜਾਂਦੇ ਨੇ, ਕੋਈ ਛੋਟੇ ਤਕਸੀਮਾਂ ਦੇ ਰੌਲੇ ਹੋ ਜਾਂਦੇ ਨੇ, ਵੱਟਾਂ ਦੇ ਰੌਲੇ ਹੋ ਜਾਂਦੇ ਨੇ। ਔਰ ਉਸ ਕਰਕੇ ਇਹਨਾਂ ਨੇ ਲੋਕਾਂ ਨੂੰ ਥਾਣੇ ਦੀ ਪੋਲਿਟਿਕਸ 'ਚ ਉਲਝਾਈ ਰੱਖਿਆ। ਅਕਾਲੀ ਦਲ ਦੀ ਪੋਲਿਟਿਕਸ ਥਾਣੇ ਨਾਲ ਰਿਲੇਟਡ ਹੈ। ਜੀ ਪਰਿਵਾਰ ਤੇ ਤੁਹਾਡਾ ਵੀ ਵੱਡਾ ਹੈਗਾ ਜੀ, ਪਰ ਸਿਆਸਤ ਦੇ ਤੌਰ ਤੇ ਬਾਦਲ ਪਰਿਵਾਰ ਬਹੁਤ ਇੱਕ ਵੱਡਾ ਪਰਿਵਾਰ ਬਣ ਚੁੱਕਾ ਹੈਗਾ, ਉਹ ਸਾਰਾ ਟੱਬਰ ਲੱਗਾ ਹੋਇਆ ਜੀ ਹਨਾ। ਉਹਦੇ ਵਿੱਚ ਇਸ ਤਰ੍ਹਾਂ ਜੀ ਚਾਹੇ ਬਾਦਲ ਸਾਹਿਬ ਦੀ ਤਬੀਅਤ ਰੱਬ ਜ਼ਿੰਦਗੀ ਉਹਨਾਂ ਨੂੰ ਹੋਰ ਬਖਸ਼ੇ, ਪਰ ਤਾਂ ਲੱਗਦਾ ਕਿ ਸਾਰਾ ਪਰਿਵਾਰ ਲੱਗਾ ਹੈਗਾ ਔਰ ਉਸ ਤੋਂ ਬਾਅਦ ਮੁਕਾਬਲਾ ਵੀ ਤੁਸੀਂ ਕਰ ਰਹੇ ਹੋ ਜੀ। ਮੈਂ ਪਹਿਲੇ ਸ਼ੁਰੂ 'ਚ ਹੀ ਕਿਹਾ ਜੀ ਪਰਿਵਾਰ ਸਾਡਾ ਵੀ ਲੱਗਿਆ ਹੋਇਆ, ਮੇਰੇ ਬ੍ਰਦਰ ਲੱਗੇ ਹੋਏ ਨੇ, ਮੇਰੇ ਭਤੀਜੇ ਨੇ, ਸਾਡੇ ਬੇਟੇ ਨੇ, ਸਾਰੇ ਲੱਗੇ ਹੋਏ ਨੇ। ਸਾਨੂੰ ਪਿੰਡਾਂ 'ਚ ਧੜੇ ਹੈਗੇ ਨੇ, ਅਸੀਂ ਆਪਦਾ ਕੰਮ ਕੰਪੇਨ ਕਰ ਰਹੇ ਹਾਂ। ਔਰ ਬਾਦਲ ਪਰਿਵਾਰ ਦੇ ਵਾਸਤੇ ਤਾਂ ਕੀ ਹੈ ਨਾ ਜੀ, ਬਾਦਲ ਪਰਿਵਾਰ ਦੀ ਜਿਹੜੀ ਹੈ ਜਿੰਨੇ ਬਿਜ਼ਨਸਮੈਨ ਨੇ, ਜਿੰਨੇ ਓਪਰਚੁਨਿਸਟ ਨੇ, ਜਿੰਨਿਆਂ ਲੋਕਾਂ ਨੂੰ ਲੱਗਦਾ ਵੀ ਸਾਡਾ ਕੋਈ ਸਵਾਰਥ ਹੋ ਜਾਊਗਾ, ਉਹ ਬਾਹਰੋਂ ਆ ਕੇ ਰਿਸ਼ਤੇਦਾਰੀਆਂ ਤੋੜਦੇ ਰਹਿੰਦੇ ਨੇ। ਪਰ ਬਦਕਿਸਮਤੀ ਇਹ ਰਹੀ ਆ ਵੀ ਇਹਨਾਂ ਨੇ ਰਿਸ਼ਤੇਦਾਰ ਆ ਕੇ ਬਾਹਰੋਂ ਕੋਈ ਕਿਤੋਂ ਆ ਗਿਆ, ਕਿਸੇ ਦਾ ਮਾਮਾ ਸੱਦ ਲਿਆ, ਕਿਸੇ ਦਾ ਫੁੱਫੜ ਸੱਦ ਲਿਆ, ਕਿਸੇ ਦਾ ਤਾਇਆ ਸੱਦ ਲਿਆ, ਕਿਸੇ ਦਾ ਕੋਈ ਹੋਰ ਸੱਦ ਲਿਆ, ਕਿਸੇ ਦਾ ਸਾਲਾ ਬੁਲਾ ਲਿਆ, ਕਿਸੇ ਦਾ ਭਣੋਈਆ ਬੁਲਾ ਲਿਆ। ਉਹਨਾਂ ਤੋਂ ਆ ਕੇ ਦਬਾਅ ਪਾ ਕੇ ਵੋਟਾਂ ਲੈ ਕੇ ਨਿਕਲ ਜਾਂਦੇ ਨੇ, ਮੁੜ ਕੇ ਲੋਕਾਂ ਦੀ ਬਾਤ ਨਹੀਂ ਪੁੱਛਦੇ, ਨਾ ਤਾਂ ਉਹ ਰਿਸ਼ਤੇਦਾਰ ਪੁੱਛਦੇ ਨੇ ਤੇ ਨਾ ਕੋਈ ਹੋਰ ਪੁੱਛਦਾ। ਸੋ ਆਮ ਇਹਨਾਂ ਨੂੰ ਇੱਕ ਢੰਗ ਆ ਗਿਆ, ਲੋਕ ਇਮੋਸ਼ਨਲ ਨੇ ਪੰਜਾਬ 'ਤੇ।
ਔਰ ਛੇਤੀ ਰਿਸ਼ਤੇਦਾਰੀ ਦੇ ਦਬਾਅ 'ਚ ਆ ਜਾਂਦੇ ਨੇ, ਹੋਰ ਆ ਜਾਂਦੇ ਨੇ। ਇਹਨਾਂ ਨੂੰ ਇੱਥੇ ਇਲੈਕਸ਼ਨ ਲੜਨ ਦਾ ਇੱਕ ਢੰਗ ਹੈਗਾ, ਇੱਕ ਜ਼ਰੀਆ ਹੈ। ਸੋ ਇਹਨਾਂ ਦਾ ਵਿਕਾਸ ਕਿਤੇ ਇਹਨਾਂ ਨੂੰ ਵੋਟਾਂ 'ਤੇ ਇੰਪੈਕਟ ਨਹੀਂ ਕਰਦਾ। ਅਕਾਲੀ ਦਲ ਸਰਕਾਰ ਬਣਾ ਕੇ ਵੀ ਬੈਠਾ, ਲੰਬੀ ਸੀਟ ਵੀ ਜਿੱਤ ਕੇ ਬੈਠੇ ਜੀ। ਅਕਾਲੀ ਦਲ ਵਾਸਤੇ ਤਾਂ ਦੇਖੋ ਸੁਪਨੇ ਲੈਣਾ ਬਹੁਤ ਉਹ ਹੈ। ਹਰ ਪਾਰਟੀ ਕਹਿੰਦੀ ਹੈ ਵੀ ਸਾਡੀ ਸਰਕਾਰ ਬਣੂਗੀ ਤੇ ਅਸੀਂ ਆਹ ਕੁਝ ਕਰਾਂਗੇ, ਔਰ ਉਹਨਾਂ ਦਾ ਰਾਈਟ ਹੈ। ਫੈਸਲਾ ਤਾਂ ਲੋਕਾਂ ਨੇ ਕਰਨਾ ਹੈ ਬਈ ਕਿੱਥੇ ਜਾਣਾ ਹੈ, ਕਿਉਂਕਿ ਨਾ ਤਾਂ ਇਹਨਾਂ ਨਾਲ ਪੰਥ ਰਿਹਾ, ਔਰ ਇਹ ਤਾਂ ਹੁਣ ਪਰਿਵਾਰ ਰਹਿ ਗਿਆ। ਔਰ ਪਰਿਵਾਰ ਦੀ ਜਿਹੜੀ ਹੈ ਲੜਾਈ ਉਹ ਸਰਕਾਰ ਜਿੱਤਣ ਵਾਸਤੇ, ਸਰਕਾਰ ਤੇ ਕਬਜ਼ਾ ਕਰਨ ਵਾਸਤੇ ਹੈ। ਲੋਕ ਇਸ ਚੀਜ਼ ਨੂੰ ਸਮਝਦੇ ਨੇ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਤੇ ਜੇ ਆਮ ਆਦਮੀ ਦੀ ਗੱਲ ਕਰੀਏ, ਕੇਜਰੀਵਾਲ ਸਾਹਿਬ ਦੀ ਗੱਲ ਕਰੀਏ, ਤਾਂ ਕੇਜਰੀਵਾਲ ਸਾਹਿਬ ਤਾਂ ਪੰਜਾਬ ਦੇ ਹੋ ਹੀ ਨਹੀਂ ਸਕਦੇ। ਪਿਛਲੇ ਵਾਰੀ ਇੱਥੇ 5 ਵੋਟਾਂ ਪਈਆਂ ਜਦੋਂ ਤਕੜਾ ਮੁਕਾਬਲਾ ਹੋਇਆ, ਔਰ ਉਹਦੇ 'ਚ ਵੀ ਇਹਨਾਂ ਨੂੰ 16-17 ਹਜ਼ਾਰ ਵੋਟ ਪੈ ਗਈ, ਕਿਉਂਕਿ ਬੜਾ ਬੁਖਾਰ ਚੜਿਆ ਹੋਇਆ ਸੀ ਲੋਕਾਂ ਨੂੰ ਇਹਨਾਂ ਦਾ। ਠੀਕ ਹੈ, ਆਮ ਨੌਜਵਾਨਾਂ ਨੂੰ ਲੱਗਿਆ ਜੀ ਬਈ ਪਤਾ ਨਹੀਂ ਕੀ ਕਰ ਦੂਗਾ। ਇਹਨਾਂ ਦਾ 5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਵੀ ਇਸ ਹਲਕੇ ਵਿੱਚ ਮੀਟਿੰਗ ਕੀਤੀ ਹੋਵੇ, ਇੱਕ ਵੀ ਇਹਨਾਂ ਦਾ ਕਿਤੇ ਐਮਐਲਏ ਲੋਕਾਂ ਬਾਰੇ ਪੁੱਛਣਾ ਹੋਵੇ। ਇਹਨਾਂ ਦਾ ਆਪੋਜੀਸ਼ਨ ਦੀ ਪਾਰਟੀ ਸੀ, ਕੋਈ ਇਹਨਾਂ ਦਾ ਆਪੋਜੀਸ਼ਨ ਵਾਲਾ ਬੰਦਾ ਆਇਆ ਹੋਵੇ ਇੱਥੇ, ਕੋਈ ਮੀਟਿੰਗ ਕੰਡਕਟ ਕੀਤੀ ਹੋਵੇ, ਕਿਤੇ ਲੋਕਾਂ ਨੂੰ ਆ ਕੇ ਪੁੱਛਿਆ ਹੋਵੇ ਤੁਹਾਡਾ ਹਾਲ ਕੀ ਹੈ, ਅਸੀਂ ਤੁਹਾਡੇ ਨਾਲ ਹੈ। ਕੋਈ ਪ੍ਰੋਗਰਾਮ ਨਹੀਂ, ਕੋਈ ਗੱਲਬਾਤ ਨਹੀਂ। ਉਦੋਂ ਵੀ 5 ਮਹੀਨੇ ਪਹਿਲਾਂ ਡੱਬੇ ਲਿਆ ਕੇ ਰੱਖ ਲਏ ਸੀ, ਹੁਣ ਵੀ 5 ਮਹੀਨੇ ਪਹਿਲਾਂ ਡੱਬੇ ਲਿਆ ਕੇ ਰੱਖ ਲਏ ਨੇ। ਤੇ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ 5 ਵਾਰੀ ਤਾਂ ਉਹਨਾਂ ਨੇ ਪਾਰਟੀਆਂ ਬਦਲੀਆਂ ਨੇ। ਠੀਕ ਹੈ, ਔਰ ਜਿਹੜੇ 40-50 ਕੈਂਡੀਡੇਟ ਤੁਹਾਨੂੰ ਵੀ ਪਤਾ ਹੈ ਵੀ ਸਾਰੇ ਦੂਜੀਆਂ ਪਾਰਟੀਆਂ, ਕੋਈ ਅਕਾਲੀ ਦਲ ਦਾ, ਕੋਈ ਕਾਂਗਰਸ ਦਾ, ਉਹਦੀ ਕੋਈ ਵਿਚਾਰਧਾਰਾ ਨਹੀਂ, ਪਾਰਟੀ ਦੀ ਕੋਈ ਸੋਚ ਨਹੀਂ। ਉਹਦਾ ਤਾਂ ਇੱਕ ਮਕਸਦ ਹੈ ਵੀ ਪੰਜਾਬ ਤੇ ਕਬਜ਼ਾ ਕਰਕੇ ਤੇ ਇਹਨੂੰ ਲਾਂਚਿੰਗ ਪੈਡ ਬਣਾ ਕੇ ਮੈਂ ਆਪਦੀ ਇੱਥੋਂ ਕਰਕੇ ਅੱਗੇ ਕਿਵੇਂ ਵਧਣਾ ਹੈ ਦੂਜੇ ਸੂਬਿਆਂ 'ਚ। ਲਾਜ਼ਮੀ ਜੀ ਤੁਸੀਂ ਕਾਂਗਰਸ ਪਾਰਟੀ ਤੋਂ ਔਰ ਚੰਨੀ ਸਾਹਿਬ ਦੀ ਹੀ ਕਰੋਗੇ, ਤੁਸੀਂ ਗਵਾਹੀ ਭਰੋਗੇ, ਪਰ ਅਕਾਲੀ ਦਲ ਕਹਿ ਰਿਹਾ ਹੈਗਾ ਕਿ ਸਾਡੇ ਸੁਖਬੀਰ 'ਚ ਗੁਣ ਆ, ਚੰਨੀ ਸਾਹਿਬ ਜਾਂ ਭਗਵੰਤ ਮਾਨ ਇਹ ਔਗਣ ਹੀ ਔਗਣ, ਸਾਡਾ ਹੀਰਾ, ਤੁਹਾਡੇ ਜਿਹੜੇ ਹੀਰੇ ਉਹ ਖੋਟੇ ਨੇ। ਦੇਖੋ, ਜਿੱਥੋਂ ਤੱਕ ਭਗਵੰਤ ਮਾਨ ਜੀ ਦੀ ਗੱਲ ਕਰਦੇ ਆ ਤਾਂ ਮੈਂ ਉਹਨਾਂ ਨਾਲ ਸਹਿਮਤ ਹੁੰਦਾ ਹੈ, ਕਿਉਂਕਿ ਉਹ ਕਮੇਡੀਅਨ ਰਹਿ ਚੁੱਕੇ ਨੇ ਔਰ ਆਪਦੇ ਫੀਲਡ ਦੇ ਵਿੱਚ ਬੜੇ ਮਾਹਰ ਨੇ, ਔਰ ਉਹਨਾਂ ਨੇ ਸ਼ੁਹਰਤ ਖੱਟੀ ਹੈ, ਔਰ ਉਹ ਵਧਾਈ ਦੇ ਪਾਤਰ ਵੀ ਨੇ। ਔਰ ਜਿਹੜਾ ਪੋਲਿਟਿਕਸ ਦਾ ਮਸਲਾ ਹੈ ਨਾ ਜੀ, ਇਹਦੇ 'ਚ ਰਗੜੇ ਖਾ ਕੇ ਥੋੜ੍ਹਾ ਜਿਹਾ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਹੈ। ਸਟੇਟ ਨੂੰ ਚਲਾਉਣਾ, ਔਰ ਪੰਜਾਬ ਵਰਗੇ ਬਾਰਡਰ ਸਟੇਟ ਨੂੰ ਚਲਾਉਣਾ ਬਹੁਤ ਕੁਝ ਚਾਹੀਦਾ ਹੈ। ਔਰ ਕੇਜਰੀਵਾਲ ਜੀ ਦਾ ਜਿੱਥੋਂ ਤੱਕ ਮੈਨੂੰ ਸਮਝ ਆਈ ਹੈ ਸਾਰੀ, ਇਹ ਤਾਂ ਉਹਨਾਂ ਨੇ ਜਿਹੜਾ ਬਣਾਇਆ ਭਗਵੰਤ ਮਾਨ ਜੀ ਨੂੰ, ਇਹ ਸਾਰੇ ਸਰਵੇ ਕਰਾ ਕੇ ਸਾਰਾ ਤੱਤ ਕੱਢ ਕੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਗੱਲ ਬਣਨੀ ਨਹੀਂ ਪੰਜਾਬ 'ਚ, ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਚੀਫ ਮਿਨਿਸਟਰ ਦਾ ਕੈਂਡੀਡੇਟ ਐਲਾਨਿਆ ਕਿ ਚਲੋ ਭਗਵੰਤ ਮਾਨ ਜੀ ਵੀ ਖੁਸ਼ ਹੋ ਜਾਣ। ਔਰ ਜਿੱਥੋਂ ਤੱਕ ਕਾਬਲੀਅਤ ਦੀ ਗੱਲ ਹੈਗੀ ਹੈ, ਕਾਬਲੀਅਤ ਹੋ ਸਕਦੀ ਹੈ, ਔਰ ਚੰਨੀ ਜੀ ਦੀ ਆਪਦੀ ਕਾਬਲੀਅਤ ਦਿਖਾਈ ਹੈ। ਉਹਨਾਂ ਨੇ ਕੰਮ ਕਰਕੇ ਦਿਖਾਏ ਨੇ। ਲੋਕਾਂ ਨੂੰ ਡਿਲੀਵਰੀ ਚਾਹੀਦੀ ਹੈ, ਲੋਕਾਂ ਨੂੰ ਸਟੇਚਰ ਨਹੀਂ ਚਾਹੀਦਾ। ਲੋਕ ਭਾਲਦੇ ਨੇ ਵੀ ਸਾਡਾ ਕੰਮ ਕੌਣ ਸਾਰ ਸਕਦਾ ਹੈ। ਮਿਸਾਲਨ ਤੌਰ ਤੇ ਜੇ ਉਹ ਧਰਤੀ ਨਾਲ ਜੁੜੇ ਸੀ ਤਾਂ ਉਹਨਾਂ ਨੇ ਉਹ ਮੁੱਦੇ ਚੱਕੇ ਸਭ ਤੋਂ ਪਹਿਲਾਂ ਜਿਹੜੇ ਲੋਕਾਂ ਨੂੰ ਇੰਪੈਕਟ ਕਰਦੇ ਨੇ, ਔਰ ਜਿਹੜੀ ਲੋਕਾਂ ਦੀ ਇੱਕ ਸਮੱਸਿਆ ਸੀ। ਠੀਕ ਹੈ, ਵਿਜ਼ਨ ਤੇ ਵੱਡੀਆਂ ਗੱਲਾਂ ਬਹੁਤ ਲੋਕ ਕਰ ਸਕਦੇ ਨੇ, ਪਰ ਗਰਾਊਂਡ ਦੇ ਉੱਤੇ ਜਿਹੜਾ ਕੰਮ ਕਰਨਾ ਤੇ ਉਹਦਾ ਮੁੱਦਿਆਂ ਨੂੰ ਪਹਿਚਾਨਣਾ, ਸ਼ਾਇਦ ਉਹਦੇ 'ਚ ਚੰਨੀ ਸਾਹਿਬ ਸਾਰਿਆਂ ਨਾਲੋਂ ਅੱਗੇ ਹੈ। ਅਕਾਲੀ ਦਲ ਵੀ ਕਹਿ ਰਿਹਾ, ਆਮ ਆਦਮੀ ਪਾਰਟੀ ਵੀ ਕਹਿ ਰਿਹਾ ਕਿ 3 ਕਰੋੜ ਪੰਜਾਬੀਆਂ ਦੀ ਗਿਣਤੀ, ਔਰ ਲੱਭਿਆ ਜਿਹੜਾ ਬੰਦਾ ਹੈਗਾ ਜਿਹੜਾ ਮਾਈਨਿੰਗ ਦੇ ਵਿੱਚ ਰਿਸ਼ਤੇਦਾਰਾਂ 'ਚ 10-10 ਕਰੋੜ ਰੁਪਈਆ ਲੱਭ ਰਿਹਾ ਹੈਗਾ ਘਰਾਂ 'ਚ। ਦੇਖੋ, ਕਿਸੇ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਹੋ ਸਕਦੀ। ਕੱਲ੍ਹ ਨੂੰ ਇਹ ਤਾਂ ਆਪਦੀ ਬੰਦਾ ਅੱਜ ਦੇ ਟਾਈਮ ਦੇ ਵਿੱਚ ਰਿਸਪੌਂਸਿਬਿਲਟੀ ਦੇ ਸਕਦਾ। ਔਰ ਚੰਨੀ ਸਾਹਿਬ ਦੀ ਉਹਦੇ ਨਾਲ ਕੋਈ ਐਸੀ ਗੱਲ ਤਾਂ ਹੈ ਨਹੀਂ ਵੀ ਚੰਨੀ ਸਾਹਿਬ ਜੇ ਕੱਲ੍ਹ ਨੂੰ ਕਿਸੇ ਦਾ ਕੋਈ ਹੋਰ ਫੜਿਆ ਜਾਊਗਾ, ਕੋਈ ਗੱਲ ਹੋ ਜੂਗੀ, ਤੇ ਰਿਸ਼ਤੇਦਾਰ ਕਿਸੇ ਦਾ ਵੀ ਹੋ ਸਕਦਾ ਹੈ। ਠੀਕ ਹੈ, ਔਰ ਜੇ ਮੈਂ ਉਲਟਾ ਸਵਾਲ ਕਰਾਂ, ਰਿਸ਼ਤੇਦਾਰਾਂ ਦੇ ਵਿੱਚ ਤਾਂ ਇੱਥੇ ਵੀ ਬਦਨਾਮੀ ਬੜੀ ਹੋਈ ਵੀ ਹੈ। ਪਰ ਉਹ ਗੱਲਾਂ ਨੇ ਕਿ ਉਹ ਜਿਹੜੇ ਗਾਂ ਦੀਆਂ ਰਿਸ਼ਤੇਦਾਰਾਂ ਦੀ ਗੱਲ ਆਉਂਦੀ ਹੈ ਤੇ ਉਹਨੂੰ ਬਲੇਮ ਗੇਮ ਦੇ ਵਿੱਚ ਕਰਕੇ ਕਰਨਾ। ਲੱਗਦਾ ਕਿ ਪਾਰਟੀ ਦਾ ਨੁਕਸਾਨ ਹੋਏਗਾ ਜੀ? ਨਹੀਂ, ਬਿਲਕੁਲ ਪਾਰਟੀ ਦਾ ਕਿਉਂ ਨੁਕਸਾਨ ਹੋਊਗਾ? ਕਿਸ ਗੱਲ ਦਾ ਨੁਕਸਾਨ ਹੋਊਗਾ ਪਾਰਟੀ ਦਾ? ਪਾਰਟੀ ਦਾ ਕੋਈ ਨੁਕਸਾਨ ਨਹੀਂ ਹੋਣਾ। ਲੋਕਾਂ ਨੂੰ ਸਭ ਪਤਾ, ਅੱਜ ਕੱਲ੍ਹ ਲੋਕ ਬਹੁਤ ਸਿਆਣੇ ਆ ਜੀ, ਬਹੁਤ ਅੱਗੇ ਟੱਪ ਚੁੱਕੇ ਨੇ। ਜਿਹੜਾ ਕੁਛ ਕਿਸੇ ਨੇ ਡੀਫੈਕਟੋ ਹੋ ਕੇ ਕੰਮ ਕਰਾ ਲਿਆ, ਕਿਸੇ ਨੇ ਕਿਵੇਂ ਕਰਾ ਲਿਆ, ਔਰ ਜਿਹੜਾ ਇੱਥੇ ਰੇਤਾ ਤੇ ਚੱਲਦਾ ਰਿਹਾ 10 ਸਾਲ ਇਹਨਾਂ ਦਾ ਸਿਸਟਮ। ਸੋ ਇਹਦੇ ਵਿੱਚ ਕੋਈ ਆਪਦੇ ਆਪ ਨੂੰ ਦੁੱਧ ਦਾ ਧੋਤਾ ਨਹੀਂ ਕਹਿ ਸਕਦਾ ਇਹ ਜਿਹੜਾ ਹੈਗਾ। ਔਰ ਜੇ ਕਿਸੇ ਦਾ ਕੋਈ ਰਿਸ਼ਤੇਦਾਰ ਕੋਈ ਕੰਮ ਕਰਦਾ, ਉਹਦਾ ਬਲੇਮ ਤੁਸੀਂ ਲੀਡਰ ਤੇ ਕਿਵੇਂ ਪਾ ਸਕਦੇ? ਇੱਕ ਮੇਰਾ ਆਖਰੀ ਸਵਾਲ ਇਹ ਕਾਂਗਰਸ ਪਾਰਟੀ ਪੂਰੇ ਇੰਡੀਆ 'ਚ ਪ੍ਰੋਜੈਕਟ ਕੀਤਾ ਚੰਨੀ ਸਾਹਿਬ ਨੂੰ ਕਿ ਗਰੀਬ ਘਰ 'ਚੋਂ ਨੇ, ਦਲਿਤ ਪਰਿਵਾਰ 'ਚੋਂ ਨੇ, ਤੁਹਾਨੂੰ ਇਸ ਹਲਕੇ 'ਚ ਇਸ ਚੀਜ਼ ਦਾ ਫਾਇਦਾ ਵੀ ਮਿਲ ਰਿਹਾ ਹੈਗਾ, ਪਰ ਉਹ ਲੋਕੀ ਕਹਿੰਦੇ ਕਿ ਕਹਿਣ ਨੂੰ ਗਰੀਬ ਨੇ, ਕਹਿਣ ਨੂੰ ਦਲਿਤ, ਲੈਣਾ ਅਰਬਾਂਪਤੀ ਨੇ। ਦੇਖੋ ਜੀ, ਆਪਦੀ ਕੈਪੇਬਿਲਿਟੀ ਜਦੋਂ ਕੋਈ ਇਨਸਾਨ ਪੜ੍ਹ ਲਿਖ ਜਾਂਦਾ ਹੈ ਔਰ ਕੇਪੇਬਲ ਹੈ, ਉਹਦੇ ਇਹ ਤਾਂ ਨਹੀਂ ਹੁੰਦਾ ਕਿ ਉਹਨੇ ਝੌਂਪੜੀ 'ਚ ਹੀ ਰਹਿਣਾ। ਇਹ ਵੀ ਨਹੀਂ ਹੁੰਦਾ ਕਿ ਉਹਨੇ ਹਮੇਸ਼ਾ ਰਹਿਣਾ। ਐਜੂਕੇਸ਼ਨ ਹੈ ਜਿਹੜੀ ਉਹ ਕਾਸ ਵਾਸਤੇ ਹੈ। ਐਜੂਕੇਸ਼ਨ ਇਸ ਵਾਸਤੇ ਜਦੋਂ ਬੰਦਾ ਐਜੂਕੇਟ ਹੋ ਜਾਂਦਾ ਹੈ ਤੇ ਫਿਰ ਉਹਦੇ ਪਿੱਛੇ ਕੀ ਹੈ ਤੇ ਕੀ ਨਹੀਂ, ਉਹ ਇੱਕ ਬਰਾਬਰ ਇਨਸਾਨ ਖੜਾ ਹੋ ਜਾਂਦਾ। ਔਰ ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ, ਜੇ ਇਸ ਇਲਾਕੇ ਦੇ ਵਿੱਚ ਐਜੂਕੇਸ਼ਨ ਦਾ 2 ਚੀਜ਼ਾਂ ਨੇ, ਜੇ ਐਜੂਕੇਸ਼ਨ ਤੇ ਹੈਲਥ ਹੁੰਦੀ ਪ੍ਰੋਪਰ, ਤੇ
ਉਹਦੇ ਨਾਲ ਕੀ ਹੋਣਾ ਸੀਗਾ, ਐਜੂਕੇਟ ਹੋ ਕੇ ਬੰਦਾ ਦੁਨੀਆ 'ਚ ਕਿਤੇ ਵੀ ਜਾ ਕੇ ਖੜਾ ਹੋ ਸਕਦਾ ਹੈ। ਉਹਦੀ ਕੈਪੇਬਿਲਿਟੀ ਔਰ ਐਬਿਲਿਟੀ ਜਿਹੜੀ ਹੈ ਇੰਨੀ ਕੁ ਵੱਧ ਜਾਂਦੀ ਹੈ ਬਈ ਉਦੋਂ ਬਾਅਦ ਉਹ ਜਿੱਥੇ ਮਰਜ਼ੀ ਜਾ ਕੇ ਖੜਾ ਹੋ ਜਾਏ, ਸક્ષਮ ਹੋ ਜਾਂਦਾ ਹੈ। ਉਹਦੇ ਪਿੱਛੇ ਫਿਰ ਉਹਦੀ ਜਿਹੜੀ ਨੈਟਵਰਥ ਹੈ ਉਹ ਨਹੀਂ ਗਿਣੀ ਜਾਂਦੀ, ਉਹਦੀ ਕੈਪੇਬਿਲਿਟੀ ਹੁੰਦੀ ਹੈ। ਜਦੋਂ ਇੱਕ ਤੁਸੀਂ ਕਹਿ ਦਿੰਦੇ ਹੋ ਕਿ ਉਸ ਜਗ੍ਹਾ ਤੇ ਜਾ ਕੇ ਖੜ ਜਾਂਦਾ ਹੈ ਬਈ ਉਸ ਦੌੜ 'ਚ ਸ਼ਾਮਲ ਹੋ ਜਾਂਦਾ ਹੈ ਜਿੱਥੇ ਉਹ ਆਪਦੀ ਕਾਬਲੀਅਤ ਨਾਲ ਭੱਜ ਕੇ ਅੱਗੇ ਵੀ ਨਿਕਲ ਸਕਦਾ ਹੈ। ਠੀਕ ਹੈ। ਔਰ ਜੇ ਉਸ ਬੈਕਗ੍ਰਾਉਂਡ ਨੂੰ ਲੈ ਕੇ ਚੱਲੀ ਜਾਵਾਂਗੇ, ਔਰ ਕਾਂਗਰਸ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਗਰੀਬ ਵੋਟ ਹੈ ਜਿਹੜੀ ਉਹ ਹਮੇਸ਼ਾ ਕਾਂਗਰਸ ਨਾਲ ਜੁੜੀ ਰਹੀ ਹੈ। ਮੈਂ ਇਸ ਇਲਾਕੇ ਦੀ ਗੱਲ ਕਰਾਂ, ਜਦੋਂ ਪੁਰਾਣੇ ਟਾਈਮ ਦੇ ਵਿੱਚ ਅਸੀਂ ਛੋਟੇ ਹੁੰਦੇ ਦੇਖਦੇ ਸੀ, ਅਸੀਂ 2 ਜੱਟ ਦੇ ਪਰਿਵਾਰ ਭਾਲਦੇ ਸੀ, ਉਹਨੂੰ ਐਂਕਰ ਬਣਾਉਂਦੇ ਸੀ ਔਰ ਗਰੀਬ ਸਾਰਾ ਕਾਂਗਰਸ ਨੂੰ ਵੋਟ ਪਾਉਂਦਾ ਸੀ। ਉਹਨੂੰ ਸਿਰਫ ਇਹ ਹੁੰਦਾ ਸੀ ਵੀ ਮੈਨੂੰ ਪਿੰਡ ਦੇ ਵਿੱਚ ਕੋਈ ਤੰਗ ਨਾ ਕਰੇ, ਮੈਨੂੰ ਕੋਈ ਇੱਕ ਬੰਦਾ ਮੇਰੇ ਨਾਲ ਖੜਨ ਵਾਲਾ ਹੋਵੇ। ਜਿਵੇਂ ਕਹਿ ਦਿੰਦੇ ਨਾ ਵੀ ਇੱਕ ਐਂਕਰ ਮਿਲ ਜਾਂਦਾ, ਐਂਕਰ ਮਿਲ ਜਾਂਦਾ ਸੀ ਤੇ ਗਰੀਬ ਵੋਟ ਸਾਨੂੰ ਪੈਂਦੀ ਸੀ ਸਾਰੀ। ਔਰ ਸਾਡੀਆਂ ਗਰੀਬ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਵੀ 3-3 ਪੁਸ਼ਤਾਂ ਤੋਂ ਗਰੀਬ ਸਾਡੇ ਨਾਲ ਤੁਰੇ ਆਉਂਦੇ ਨੇ ਜਿਹੜੇ ਕਾਂਗਰਸੀ ਨੇ, ਬਾਦਲ ਦੇ ਹਲਕੇ 'ਚ ਜਿਹੜੇ ਟਸ ਤੋਂ ਮਸ ਨਹੀਂ ਹੋਏ। ਸੋ ਮੇਰਾ ਕਹਿਣ ਦਾ ਮਤਲਬ ਹੈ, ਜੇ ਅੱਜ ਇਹ ਪਰਿਵਰਤਨ ਕੀਤਾ ਜਾ ਰਿਹਾ, ਐਜੂਕੇਸ਼ਨ ਆ ਚੁੱਕੀ ਹੈ। ਅਸੀਂ ਪਹਿਲਾਂ ਲੋਕ ਕਿੱਥੇ ਆ ਕੇ ਬਹਿੰਦੇ ਹੁੰਦੇ ਸੀ, ਅੱਜ ਅਸੀਂ ਬਰਾਬਰ ਨੇ ਸਾਰੇ ਸਾਡੇ। ਠੀਕ ਹੈ। ਔਰ ਇਹ ਸਮੇਂ ਦੀ ਲੋੜ ਹੈ। ਅਸੀਂ ਪਹਿਲਾਂ ਕਾਂਗਰਸ ਨੇ ਦੇਸ਼ ਨੂੰ ਖੜਾ ਕੀਤਾ, ਜਦੋਂ ਦੇਸ਼ ਖੜਾ ਹੋ ਗਿਆ, ਇਕਨੋਮੀ ਖੜੀ ਹੋ ਗਈ, ਸਭ ਕੁਝ ਖੜਾ ਹੋ ਗਿਆ, ਫਿਰ ਜਿਹੜੇ ਸੈਕਸ਼ਨ ਵੀਕਰ ਸੈਕਸ਼ਨ ਦੇ ਰਾਈਟਸ ਨੇ ਉਹ ਕੀਤੇ ਤੇ ਸਮਾਜ ਨੂੰ ਜੇ ਬਰਾਬਰ ਕਰਨਾ ਤੇ ਇਹ ਬਹੁਤ ਵੱਡਾ ਇਤਿਹਾਸਿਕ ਫੈਸਲਾ ਹੈ। ਅੱਜ ਇੱਥੇ ਚੰਨੀ ਹੈ, ਕੱਲ੍ਹ ਨੂੰ ਕੋਈ ਹੋਰ ਹੋ ਸਕਦਾ, ਯੂਪੀ 'ਚ ਕੋਈ ਹੋਰ ਹੋ ਸਕਦਾ। ਤੇ ਜਿਹੜੀ ਓਵਰਆਲ ਡਿਵੈਲਪਮੈਂਟ ਨੇਸ਼ਨ ਦੀ ਹੈ ਉਹ ਸਿਰਫ ਤਾਂ ਹੋ ਸਕਦੀ ਹੈ ਜੇ ਸਮਾਜ ਦੇ ਵਿੱਚੋਂ ਜਿਹੜਾ ਆਪਣਾ ਹੈਗਾ ਗੈਪ ਹੈ ਉਹ ਖਤਮ ਕੀਤਾ ਜਾਵੇ। ਔਰ ਜੇ ਖਤਮ ਹੋ ਜਾਂਦਾ ਹੈ ਤੇ ਇੰਡੀਆ ਨੂੰ ਕਿਤੇ ਕੋਈ ਡਿਫੀਟ ਕਰ ਹੀ ਨਹੀਂ ਸਕਦਾ ਕਿਸੇ ਚੀਜ਼ ਦੇ ਵਿੱਚ। ਔਰ ਮੈਂ ਸਮਝਦਾ ਇਹ ਜਿਹੜੀ ਕਾਂਗਰਸ ਦੀ ਵਿਚਾਰਧਾਰਾ ਹੈ, ਇਹ ਸਿੱਖ ਕੌਮ ਦੇ ਵਿੱਚ ਆਪਾਂ ਜਿਵੇਂ ਕਹਿੰਦੇ ਹਾਂ, ਸਿੱਖ ਧਰਮ ਦੇ ਵਿੱਚ ਕਹਿੰਦੇ ਆ ਕਿ ਸਰਵ ਮਾਨਸ ਕੀ ਜਾਤ ਇੱਕ ਹੈ। ਠੀਕ ਹੈ ਨਾ ਜੀ, ਸਭ ਇੱਕੋ ਪਹਿਚਾਨੇ ਔਰ ਕੁਦਰਤ ਦੇ ਸਭ ਬੰਦੇ ਨੇ। ਠੀਕ ਹੈ ਨਾ ਜੀ। ਉਸ ਹਿਸਾਬ ਨਾਲ ਇਹ ਹੈ ਕਿ ਉਹ ਚੀਜ਼ ਜਿਹੜੀ ਹੈ ਉਹ ਲਾਗੂ ਹੋ ਰਹੀ ਹੈ। ਇੱਥੇ ਜਾਤ ਪਾਤ ਹੈ ਨਹੀਂ, ਨਾ ਸਿੱਖ ਧਰਮ 'ਚ ਹੈ, ਤਾਂ ਹੀ ਕਰਕੇ ਪੰਜਾਬ 'ਚ ਤੁਹਾਨੂੰ ਕਿਤੇ ਇਹ ਮਿਲਦੇ ਨਹੀਂ। ਅਨਫੋਰਚੂਨੇਟ ਹੈ ਕਿ ਇਹ ਮੁੱਦੇ ਅੱਗੇ ਆ ਰਹੇ ਨੇ। ਜਾਖੜ ਸਾਹਿਬ ਦੀ ਗੱਲ ਕਰ ਲਈਏ ਤੇ ਜਾਖੜ ਸਾਹਿਬ ਵਰਗਾ ਕੋਈ ਹੋ ਨਹੀਂ ਸਕਦਾ ਸੀਗਾ। ਕਿਸਾਨ ਨੇ, ਜਾਖੜ ਸਰਦਾਰ ਵੀ ਨੇ, ਜਾਖੜ ਬਾਲ ਕੱਟੇ ਹੈਗੇ, ਕਿਨਾਰਾ ਕਰ ਰਹੇ ਸਿਆਸਤ ਤੋਂ। ਚਲੋ ਉਹਨਾਂ ਦੀ ਏਜ ਆ, ਉਹਨਾਂ ਦਾ ਪਰਸਨਲ ਇਸ਼ੂਜ਼ ਹੋ ਸਕਦੇ ਨੇ। ਉਹਨਾਂ ਨੇ ਜੇ ਸੋਚਿਆ, ਮਤਲਬ ਕਈ ਵਾਰੀ ਹੁੰਦਾ ਬੰਦਾ ਆਪਦੇ ਪ੍ਰਿੰਸੀਪਲਸ ਤੇ ਰਾਜਨੀਤੀ ਕਰਦਾ ਔਰ ਪ੍ਰਿੰਸੀਪਲਸ ਨਾਲ ਸਟਿਕ ਕਰਦਾ, ਔਰ ਰਿਸਪੈਕਟ ਕਰਨੀ ਚਾਹੀਦੀ ਹੈ। ਬਹੁਤ ਬਹੁਤ ਮਿਹਰਬਾਨੀ ਸਾਡੇ ਵਾਸਤੇ ਸਮਾਂ ਕੱਢਿਆ ਔਰ ਸਾਡੇ ਵੱਲੋਂ ਸ਼ੁਭ ਸ਼ਾਮਾਂ ਤੁਹਾਨੂੰ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ। ਰਾਈਟ, ਬਿਲਕੁਲ ਜੀ, ਇਹ ਲੰਬੀ ਦੇ ਲੋਕਾਂ ਨੇ ਫੈਸਲਾ ਕਰਨਾ ਔਰ 10 ਤਰੀਕ ਬਹੁਤ ਹੀ ਦੂਰ ਨਹੀਂ ਆ। ਔਰ ਇਸ ਵਾਰ ਇੱਥੋਂ ਕੌਣ ਇਸ ਹਲਕੇ ਦਾ ਚੈਂਪੀਅਨ ਬਣੇਗਾ ਉਹ ਵੀ ਇਸ ਹਲਕੇ ਦੇ ਲੋਕ ਡਿਸਾਈਡ ਕਰਨਗੇ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ABC ਪੰਜਾਬ, ਲੰਬੀ।